ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆ ਦੇ ਇਤਿਹਾਸ ਵਿੱਚ ਇੱਕ ਐਸੇ ਰਾਜੇ ਹੋਏ ਨੇ ਜਿਨ੍ਹਾਂ ਨੂੰ ਇਹ ਸਤਿਕਾਰ ਮਿਲਦਾ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਵੱਖ-ਵੱਖ ਰੰਗ, ਨਸਲ, ਧਰਮ, ਫਿਰਕੇ ਲੋਕ ਇੱਕ ਸਾਂਝੇ ਰੂਪ ਦੇ ਵਿੱਚ ਰਹਿੰਦੇ ਸਨ। ਜਨਮ ਸਮੇਂ ਤੋਂ ਹੀ ਸੰਘਰਸ਼ ਜਿਹੜਾ ਚੱਲ ਰਿਹਾ ਸੀ, ਅਜੇ ਛੋਟੀ ਉਮਰ ਹੀ ਸੀ ਜਦੋਂ ਕਿ ਉਹਨਾਂ ਨੂੰ ਦਸਤਪੰਜਾ ਲੈਣ ਦਾ ਇੱਕ ਐਸਾ ਮੌਕਾ ਬਣ ਗਿਆ। ਸ਼ੇਰੇ ਪੰਜਾਬ ਦੇ ਖਿਤਾਬ ਤੋਂ ਪਹਿਲਾਂ ਦੀਆਂ ਗੱਲਾਂ ਤਾਂ ਲਾਹੌਰ ਦੇ ਵਿੱਚ ਜਿੱਤ ਤੋਂ ਬਾਅਦ ਸਨ 1800 ਦੇ ਵਿੱਚ ਅੱਗੇ ਜਾ ਕੇ ਜਦੋਂ ਉਹਨਾਂ ਦੀ ਤਾਸ਼ਪੋਸ਼ੀ ਹੁੰਦੀ ਹੈ। ਤਾਜਪੋਸ਼ੀ ਦਾ ਵੀ ਇਤਿਹਾਸ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਸਰਕਾਰੇ ਖਾਲਸਾ ਜਾਂ ਭਾਈ ਸਾਹਿਬ ਕਹਿ ਕੇ ਸੰਬੋਧਨ ਉਹਨਾਂ ਨੂੰ ਕੀਤਾ ਜਾਂਦਾ ਸੀ ਜੀ। ਉਹ ਤਖਤ ਤੇ ਬੈਠਣ ਦੀ ਥਾਂ ਤੇ ਜਿਸ ਕਿਸਮ ਦਾ ਉਹਨਾਂ ਦਾ ਵਾਤਾਵਰਨ ਸੀ, ਮਾਹੌਲ ਸੀ, ਉਹ ਲੋਕਾਂ ਦੇ ਨਾਇਕ ਵਜੋਂ ਆਪਣੇ ਆਪ ਨੂੰ ਸਵੀਕਾਰ ਕਰਨ ਦੇ ਵਿੱਚ ਜ਼ਿਆਦਾ ਬਿਹਤਰ ਸਮਝਦੇ ਸਨ। ਜਿਹੜੀ ਮਿੱਥ ਆ ਹਾਂਜੀ, ਉਹਨੂੰ ਵੀ ਇੱਕ ਕੰਟੈਕਸਟ ਦੇ ਵਿੱਚ ਲੈਂਦੇ ਆ। ਮਿੱਥ ਦੇ ਨਾਲ ਵੀ ਬਹੁਤ ਕੁਝ ਜੁੜਿਆ ਹੁੰਦਾ ਵੀ ਮਿੱਥ ਨੂੰ ਵੀ ਸਿਰਫ ਤੁਸੀਂ ਅੰਧ ਵਿਸ਼ਵਾਸ ਕਹਿ ਕੇ ਪਿੱਛੇ ਨਹੀਂ ਛੱਡ ਸਕਦੇ। ਤੇ ਅਨਾਜ ਦੀਆਂ ਬੋਰੀਆਂ ਖਜ਼ਾਨੇ 'ਚੋਂ ਵੰਡੀਆਂ ਜਾ ਰਹੀਆਂ ਨੇ, ਇੱਕ ਬਿਰਧ ਔਰਤ ਆਉਂਦੀ ਹੈ ਕਿ ਉਹ ਤੋਂ ਚੱਕਿਆ ਨਹੀਂ ਜਾ ਰਿਹਾ ਤੇ ਉਹ ਕਹਿੰਦੀ ਇੱਕ ਬੰਦਾ ਇੱਥੇ ਖੜਾ ਹੈਗਾ ਵੀ ਭਾਈ ਤੂੰ ਚੁਕਾ ਦੇ। ਉਹ ਕਹਿੰਦੇ ਆਪਣੀ ਪਿੱਠ ਤੇ ਲੈ ਕੇ ਉਹ ਜਦੋਂ ਘਰੇ ਉਹ ਕਹਿੰਦੇ ਵੀ ਪੁੱਤ ਤੂੰ ਤਾਂ ਕਮਾਲ ਦਾ, ਤੂੰ ਬਹੁਤ ਚੰਗਾ ਕੀਤਾ। ਤੇ ਅੱਗਿਓਂ ਉਹਦਾ ਪਰਿਵਾਰ ਜਦੋਂ ਦੇਖਦਾ ਉੱਥੇ ਪਤਾ ਲੱਗਦਾ ਇਹ ਤਾਂ ਮਹਾਰਾਜਾ। ਕਹਿੰਦੇ ਵੀ ਤੂੰ ਕੀ, ਉਦੋਂ ਉਹ ਸ਼ਬਦ ਚੱਲਿਆ ਜਿਹੜਾ ਉਹਨਾਂ ਦੇ ਕਾਲ ਤੋਂ ਚੱਲ ਕੇ ਅੱਜ ਤੱਕ ਚੱਲਿਆ ਹੈ, ਉਹ ਸ਼ਬਦ ਸੀ ਪਾਂਡੀ ਪਾਤਸ਼ਾਹ। ਬਿਲਕੁਲ ਪਰਜਾ ਦਾ ਕੂਕਰ ਹਾਂ। ਮੁਗਲ ਕਾਲ ਦੇ ਵਿੱਚ ਤੁਰਕ ਰਾਜਾ ਹੋਵੇ, ਮੁਗਲ ਕਾਲ ਹੋਵੇ, ਭਾਰਤ ਦੇ ਘਰ ਘਰ ਦੇ ਵਿੱਚ ਪਹੁੰਚਾਇਆ ਗਿਆ ਤਾਂ ਕਿ ਇਸ ਦੇ ਵਿੱਚ ਕੋਈ ਉਹ ਪੱਖ ਨਹੀਂ ਜਿਹੜਾ ਅੱਜ ਦੀ ਸੱਤਾ ਜਿਹੜੀ ਆ ਤੁਰਕ ਸੱਤਾ, ਮੁਗਲ ਸੱਤਾ, ਉਹਨੂੰ ਚੁਣੌਤੀ ਦੇ ਸਕੇ। ਇਹ ਬਿਲਕੁਲ ਇਤਿਹਾਸ ਦੇ ਵੱਖਰੇ ਪੱਖ ਨੇ, ਪਰ ਇਹ ਸੱਚਾਈ ਹੈ। ਉਸੇ ਸੰਦਰਭ ਦੇ ਵਿੱਚ ਜੇ ਅਸੀਂ ਇਤਿਹਾਸ ਨੂੰ ਇਸ ਐਂਗਲ ਤੋਂ ਪੜ੍ਹਾਂਗੇ ਨਾ ਦੁਬਾਰਾ ਤਾਂ ਬਹੁਤ ਕੁਝ ਇਸ ਤਰ੍ਹਾਂ ਦਾ ਆਉਂਦਾ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅੱਜ ਅਸੀਂ ਇਹ ਸ਼ੋਅ ਸਟੂਡੀਓਜ਼ ਤੋਂ ਬਾਹਰ ਸਰੀ ਦੇ ਵਿੱਚੋਂ ਕਰ ਰਹੇ ਹਾਂ। ਬੀਅਰ ਕ੍ਰੀਕ ਪਾਰਕ ਦੇ ਵਿੱਚ ਇਸ ਵੇਲੇ ਅਸੀਂ ਖੜ੍ਹੇ ਹਾਂ। ਖਾਸ ਤੌਰ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨੀ ਆ। ਅੱਜ ਇੱਕ ਮਹਾਨ ਸ਼ਖਸੀਅਤ ਦੇ ਇੱਕ ਨਾਇਕ ਬਾਰੇ ਅੱਜ ਖਾਸ ਤੌਰ 'ਤੇ ਗੱਲਬਾਤ ਕਰਨੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਰਾਜ ਬਾਰੇ, ਉਹਨਾਂ ਦੇ ਰਾਜ ਪ੍ਰਬੰਧ ਬਾਰੇ ਅੱਜ ਅਸੀਂ ਖਾਸ ਤੌਰ 'ਤੇ ਕੁਝ ਗੱਲਾਂ ਬਾਤਾਂ ਕਰਨੀਆਂ। ਮਹਾਰਾਜਾ ਰਣਜੀਤ ਸਿੰਘ ਨੂੰ ਵਿਸ਼ਵ ਦੇ ਬਹੁਤ ਚੰਗੇ ਸ਼ਾਸਕਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ। ਖਾਸ ਤੌਰ 'ਤੇ ਸਿੱਖ ਰਾਜ ਦਾ ਜਿਹੜਾ ਸੰਕਲਪ ਔਰ ਸਿੱਖ ਰਾਜ ਦੇ ਵਿੱਚ ਜਿਹੜਾ ਇੱਕ ਸੈਕੂਲਰਿਜ਼ਮ ਆ, ਉਹਦੀ ਗੱਲਬਾਤ, ਧਰਮ ਨਿਰਪੱਖਤਾ ਦੀ ਗੱਲਬਾਤ ਉਹਨਾਂ ਦੇ ਰਾਜ ਦੇ ਵਿੱਚ ਕੀ ਸੀ, ਉਹ ਕਨਸੈਪਟ ਕੀ ਸੀ, ਉਹਦੇ ਬਾਰੇ ਅੱਜ ਖਾਸ ਤੌਰ 'ਤੇ ਕੁਝ ਗੱਲਾਂ ਬਾਤਾਂ ਕਰਾਂਗੇ। ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਰਾਜ ਬਾਰੇ, ਉਹਨਾਂ ਦੀ ਸ਼ਖਸੀਅਤ ਬਾਰੇ, ਇਹਨਾਂ ਵਿਸ਼ਿਆਂ ਦੇ ਉੱਤੇ ਖਾਸ ਤੌਰ 'ਤੇ ਗੱਲਬਾਤ ਕਰਨ ਦੇ ਲਈ ਅਸੀਂ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਉਹਨਾਂ ਕੋਲ ਅਸੀਂ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਜੀਵਨ ਅਤੇ ਸ਼ਖਸੀਅਤ ਬਾਰੇ ਜਾਣਕਾਰੀ ਲੈਂਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਸ਼ੁਕਰੀਆ ਜੀ ਜਸਕਰਨ ਸਿੰਘ ਜੀ, ਤੁਹਾਡਾ ਤੇ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਜੀ। ਜੀ ਡਾਕਟਰ ਸਾਹਿਬ, ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਥੋੜ੍ਹਾ ਜਿਹਾ ਸ਼ਖਸੀਅਤ ਜੀਵਨ ਬਾਰੇ ਸਾਨੂੰ ਚਾਨਣਾ ਪਾਓ। ਉਹਦੇ ਤੋਂ ਬਾਅਦ ਦੇ ਵਿੱਚ ਅਸੀਂ ਉਹਨਾਂ ਦੇ ਰਾਜ ਪ੍ਰਬੰਧ ਅਤੇ ਉਸ ਰਾਜ ਪ੍ਰਬੰਧ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਜੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਵੇਂ ਕਿ ਕੁਝ ਇਤਿਹਾਸਕਾਰ 27 ਤੇ ਕੁਝ 29 ਜੂਨ ਨੂੰ ਉਹਨਾਂ ਦੀ ਸਨ 1839 ਨੂੰ ਦੇਹਾਂਤ ਦਾ ਤਾਰੀਖ ਜਿਹੜੀ ਮੰਨਦੇ ਨੇ, ਉਸ ਮੌਕੇ 'ਤੇ ਚੈਨਲ ਪੰਜਾਬੀ ਵੱਲੋਂ ਇਹ ਪ੍ਰੋਗਰਾਮ ਕੀਤਾ ਜਾਣਾ, ਇਹ ਬਹੁਤ ਵਧੀਆ ਕਦਮ ਹੈ ਜੀ। ਦਰਅਸਲ ਗੱਲ ਇਹ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆ ਦੇ ਇਤਿਹਾਸ ਵਿੱਚ ਇੱਕ ਐਸੇ ਰਾਜੇ ਹੋਏ ਨੇ ਜਿਨ੍ਹਾਂ ਨੂੰ ਇਹ ਸਤਿਕਾਰ ਮਿਲਦਾ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਵੱਖ-ਵੱਖ ਰੰਗ, ਨਸਲ, ਧਰਮ, ਫਿਰਕੇ ਲੋਕ ਇੱਕ ਸਾਂਝੇ ਰੂਪ ਦੇ ਵਿੱਚ ਰਹਿੰਦੇ ਸਨ। ਪਰ ਇਹ ਇਤਿਹਾਸ ਪਿੱਛੇ ਜਾ ਕੇ ਜਿਹੜਾ ਜੁੜਦਾ, ਉਹ ਜੁੜਦਾ ਗੁਰੂ ਸਾਹਿਬ ਦੀ ਪ੍ਰੇਰਨਾ ਦੇ ਨਾਲ, ਕਿਉਂਕਿ ਇਹ ਜਿਹੜਾ ਜੀਵਨ ਦੇ ਵਿੱਚ ਉਹਨਾਂ ਦੇ ਆਧਾਰ ਬਣਿਆ ਉਹ ਕਿਸ ਤਰ੍ਹਾਂ, ਕਿਉਂਕਿ ਸਿੱਖ ਪਰਿਵਾਰ ਜਿਹੜੇ ਸ਼ੁਕਰ ਚੱਕੀਆਂ ਮਿਸਲ, ਜਿਸ ਦੇ ਵਿੱਚ ਮਹਾਂ ਸਿੰਘ, ਅੱਗੇ ਚੜ੍ਹਤ ਸਿੰਘ ਦੇ ਪੋਤਰੇ, ਇਹ ਸਾਰਾ ਜਿਹੜਾ ਹੈ ਮਿਸਲਾਂ ਦੇ ਵਿੱਚੋਂ ਹੀ ਇੱਕ ਮਿਸਲ ਸੀ। ਜਿਵੇਂ ਵੱਖ-ਵੱਖ ਜਿੰਨੀਆਂ ਮਿਸਲਾਂ ਸਨ, ਸਿੱਖ ਮਿਸਲਾਂ, ਉਹਨਾਂ ਦੇ ਅਲੱਗ-ਅਲੱਗ ਆਗੂ ਸਨ। ਉਹਨਾਂ ਮਿਸਲਾਂ ਦੇ ਵਿੱਚ ਆਪਸ ਵਿੱਚ ਰਿਸ਼ਤੇਦਾਰੀਆਂ ਵੀ ਸਨ, ਸਾਂਝਾਂ ਵੀ ਸਨ। ਪੰਜਾਬ ਦੇ ਮਾਹੌਲ ਦੇ ਵਿੱਚ ਉਹਨਾਂ ਦੀ ਰਾਜ ਸੱਤਾ ਵੀ ਕਾਇਮ ਸੀ। ਜਿਸ ਤਰੀਕੇ ਨਾਲ ਇਤਿਹਾਸਕਾਰ ਲਿਖਦੇ ਨੇ ਕਿ ਇਹਨਾਂ ਮਿਸਲਾਂ ਦੇ ਵਿੱਚੋਂ ਸ਼ੁਕਰ ਚੱਕੀਆਂ ਮਿਸਲ ਉਸਨੇ ਕਾਫੀ ਤਾਕਤ ਫੜੀ ਅਤੇ ਉੱਥੇ 1780 ਦੇ ਵਿੱਚ ਨਵੰਬਰ ਮਹੀਨੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਜੀ। ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਮੇਂ ਤੋਂ ਹੀ ਸੰਘਰਸ਼ ਜਿਹੜਾ ਚੱਲ ਰਿਹਾ ਸੀ, ਅਜੇ ਛੋਟੀ ਉਮਰ ਹੀ ਸੀ ਜਦੋਂ ਕਿ ਉਹਨਾਂ ਨੂੰ ਦਸਤਪੰਜਾ ਲੈਣ ਦਾ ਇੱਕ ਐਸਾ ਮੌਕਾ ਬਣ ਗਿਆ। ਸ਼ੇਰੇ ਪੰਜਾਬ ਦੇ ਖਿਤਾਬ ਤੋਂ ਪਹਿਲਾਂ ਦੀਆਂ ਗੱਲਾਂ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ
ਤੇ ਉਸ ਦੇ ਪੋਤਰੇ ਦੇ ਨਾਲ ਸਿੱਧੀ ਇੱਕ ਗੁਫ਼ਤਗੂ ਬੜੀ ਚਰਚਿਤ ਹੈ ਕਿ ਜਦੋਂ ਵਿਗਾੜਦੇ ਨੇ ਮਹਾਰਾਜਾ ਰਣਜੀਤ ਸਿੰਘ, ਚੜ੍ਹਤ ਸਿੰਘ ਦਾ ਪੋਤਰਾ ਤੈਨੂੰ ਲਲਕਾਰਦਾ ਹੈ। ਉਹ ਇਤਿਹਾਸਿਕ ਗਵਾਹੀ ਹੈ। ਕਈ ਇਤਿਹਾਸਕਾਰ ਜਿਹੜੇ ਬੌਧਿਕ ਦਿਵਾਲੀਏਪਣ ਦੇ ਸ਼ਿਕਾਰ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਖੁਦ ਜਾ ਕੇ ਵੰਗਾਰਿਆ ਸੀ ਤੇ ਲਲਕਾਰ ਦਿੱਤੀ ਸੀ ਕਿ ਅੱਜ ਚੜ੍ਹਤ ਸਿੰਘ ਦਾ ਪੋਤਰਾ ਤੈਨੂੰ ਵੰਗਾਰ ਰਿਹਾ ਕਿ ਆ ਕੇ ਦੋ ਹੱਥ ਕਰ। ਅਖੀਰ 'ਚ ਜਿੱਤ ਹਾਸਲ ਹੋਈ। ਸੋ ਇਸ ਹਿਸਾਬ ਦੇ ਨਾਲ ਉਹਨਾਂ ਦਾ ਲਾਹੌਰ ਦੇ ਵਿੱਚ ਜਿੱਤ ਤੋਂ ਬਾਅਦ ਸਨ 1800 ਦੇ ਵਿੱਚ ਅੱਗੇ ਜਾ ਕੇ ਜਦੋਂ ਉਹਨਾਂ ਦੀ ਤਾਸ਼ਪੋਸ਼ੀ ਹੁੰਦੀ ਹੈ। ਤਾਜਪੋਸ਼ੀ ਦਾ ਵੀ ਇਤਿਹਾਸ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਸਰਕਾਰੀ ਖਾਲਸਾ ਜਾਂ ਭਾਈ ਸਾਹਿਬ ਕਹਿ ਕੇ ਸੰਬੋਧਨ ਉਹਨਾਂ ਨੂੰ ਕੀਤਾ ਜਾਂਦਾ ਸੀ ਜੀ। ਉਹ ਤਖਤ ਤੇ ਬੈਠਣ ਦੀ ਥਾਂ ਤੇ ਜਿਸ ਕਿਸਮ ਦਾ ਉਹਨਾਂ ਦਾ ਵਾਤਾਵਰਨ ਸੀ, ਮਾਹੌਲ ਸੀ, ਉਹ ਲੋਕਾਂ ਦੇ ਨਾਇਕ ਵਜੋਂ ਆਪਣੇ ਆਪ ਨੂੰ ਸਵੀਕਾਰ ਕਰਨ ਦੇ ਵਿੱਚ ਜ਼ਿਆਦਾ ਬਿਹਤਰ ਸਮਝਦੇ ਸਨ। ਇਸੇ ਕਾਰਨ ਹੀ ਲੋਕਾਂ ਦੇ ਵਿੱਚ ਉਹਨਾਂ ਦੀ ਸਾਂਝ ਸੀ ਬੜੀ ਕਮਾਲ ਦੀ ਸੀ। ਤੁਸੀਂ ਪੜ੍ਹੋ, ਇਤਿਹਾਸ ਪੜ੍ਹੋ ਉਸ ਵੇਲੇ ਦਾ ਲੋਕ ਸਾਹਿਤ ਕਈ ਐਸੇ ਸਮਝ ਤੋਂ ਹੀਣੇ ਲੋਕ ਹੁੰਦੇ ਨੇ, ਉਹ ਲੋਕ ਸਾਹਿਤ ਨੂੰ ਜ਼ੀਰੋ ਕਰ ਦਿੰਦੇ ਨੇ। ਉਹ ਕਹਿੰਦੇ ਨਹੀਂ ਜੀ ਇਹ ਤਾਂ ਗੱਲਾਂ ਹੀ ਨੇ, ਇਹ ਕਥਾਵਾਂ ਜੀਆਂ ਨੇ। ਅਸਲ 'ਚ ਇਹ ਗੱਲ ਨਹੀਂ ਹੁੰਦੀ। ਜਿਹੜੀ ਦੰਦ ਕਹਾਣੀਆਂ ਜਾਂ ਦੰਦ ਕਥਾਵਾਂ ਹੁੰਦੀਆਂ ਨੇ ਉਹਨਾਂ ਦੀ ਬੁੱਕਤ ਵੀ ਬਹੁਤ ਹੁੰਦੀ ਹੈ। ਉਹ ਜਿਵੇਂ ਡਾਕਟਰ ਬਣਜਾਰਾ ਬੇਦੀ ਕਹਿੰਦੇ ਨੇ, ਇੱਕ ਧਾਰਾ ਹੁੰਦੀ ਹੈ ਵਹਿੰਦੀ ਹੋਈ, ਅਗਾਂਹ ਤੋਂ ਅਗਾਂਹ ਜਨਰੇਸ਼ਨ ਵਾਈਜ਼ ਅੱਗੇ ਜਾਂਦੀ ਹੈ, ਸੈਂਕੜੇ ਸਦੀਆਂ ਸਾਲਾਂ ਦੇ ਵਿੱਚੋਂ ਦੀ ਜਿਸ ਤਰ੍ਹਾਂ ਵਗਦੀ ਹੈ। ਸੋ ਮਹਾਰਾਜਾ ਰਣਜੀਤ ਸਿੰਘ ਨਾਲ ਕਹਾਣੀਆਂ ਇਸ ਤਰ੍ਹਾਂ ਦੀਆਂ ਜੁੜੀਆਂ। ਉਹ ਰਾਜ ਸੱਤਾ ਇੱਕ ਪਾਸੇ ਕਾਇਮ ਕਰ ਰਹੇ ਸਨ। ਆਪਣੇ ਘਰ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਦਾ ਉਹਨਾਂ ਦਾ ਮਾਹੌਲ ਸੀ, ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਸ ਤਰ੍ਹਾਂ ਸਭ ਤੋਂ ਛੋਟੇ ਜਿਹੜੇ ਬਾਅਦ 'ਚ ਪੰਜਾਬ ਦਾ ਮਹਾਰਾਜਾ ਕਰਕੇ ਜਾਣੇ ਜਾਂਦੇ ਨੇ, ਦਲੀਪ ਸਿੰਘ, ਮਹਾਰਾਜਾ ਖੜਕ ਸਿੰਘ, ਮਹਾਰਾਜਾ ਸ਼ੇਰ ਸਿੰਘ, ਈਸ਼ਰ ਸਿੰਘ, ਅੱਗੇ ਉਹਨਾਂ ਦੇ ਵਿੱਚੋਂ ਮੁਲਤਾਨਾ ਸਿੰਘ, ਪਿਸ਼ੌਰਾ ਸਿੰਘ, ਕਸ਼ਮੀਰਾ ਸਿੰਘ, ਜਿਵੇਂ ਸਟੇਟਸ ਜਿੱਦੇ ਸੀ ਉਹਨਾਂ ਦੇ ਨਾਮ ਵੀ ਉਸ ਹਿਸਾਬ ਦੇ ਨੇ। ਕਮਾਲ ਦੀ ਗੱਲ ਹੈ ਕਿ ਇਹ ਵੀ ਇੱਕ ਵਿਲੱਖਣਤਾ ਸੀ। ਉਹਨਾਂ ਦੇ ਜਰਨੈਲ ਜਿੰਨੇ ਪਿਆਰੇ ਸਨ ਉਸੇ ਹਿਸਾਬ ਨਾਲ ਹਰੀ ਸਿੰਘ ਨਲਵਾ ਤੋਂ ਲੈ ਕੇ ਚਾਹੇ ਜੇ ਅਸੀਂ ਅਕਾਲੀ ਫੂਲਾ ਸਿੰਘ, ਜਿਹੜੇ ਕਿ ਉਸ ਵੇਲੇ ਧਾਰਮਿਕ ਸ਼ਖਸੀਅਤ ਵੀ ਸਨ, ਪਰ ਇਹਨਾਂ ਦੇ ਇੱਕ ਐਸੇ ਜਰਨੈਲ ਸਨ ਵਾਹਦ ਜਿਨ੍ਹਾਂ ਦੇ ਅੱਗੇ ਕਈ ਵਾਰ ਮਹਾਰਾਜਾ ਰਣਜੀਤ ਸਿੰਘ ਖੁਦ ਵੀ ਜਿਹੜੇ ਆ ਝੁਕੇ ਵੀ, ਕਿਉਂਕਿ ਇੱਕ ਧਾਰਮਿਕ ਹਸਤੀ ਦੇ ਤੌਰ 'ਤੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਜੋ ਵਿਰਸੇ 'ਚ ਮਿਲਿਆ, ਸਿੱਖ ਸਾਈਕੀ ਜਿਹੜੀ ਉਹਨਾਂ ਦੇ ਅੰਦਰ ਸੀ, ਉਸ ਦੇ ਕਾਰਨ ਉਹਨਾਂ ਨੇ ਇਹ ਵਿਤਕਰਾ ਛੱਡ ਕੇ ਸੰਭੇ ਸਾਂਝੀ ਵਾਲਸ ਦਾਇਨ ਕੋਈ ਨਾ ਦਿਸੇ ਵਾਰਾ ਜੀਓ, ਸਭੇ ਕਟਰਾਮ ਬੋਲੇ ਰਾਮਾ ਬੋਲੇ, ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਬੰਦੇ, ਇਹ ਸਾਰਾ ਕੁਛ ਨਾਲ ਲੈ ਕੇ ਚੱਲੇ। ਸੋ ਇਹ ਉਹਨਾਂ ਦਾ ਮੂਲ ਇਤਿਹਾਸ ਹੈ ਬੁਨਿਆਦੀ ਤੌਰ 'ਤੇ 1780 ਤੋਂ ਲੈ ਕੇ 1839 ਤੱਕ। ਜੀ ਡਾਕਟਰ ਸਾਹਿਬ, ਬਾਕੀ ਤੁਹਾਡੀ ਗੱਲ ਸਹੀ ਆ ਵੀ ਦੰਤ ਕਥਾਵਾਂ ਜਿਹੜੀਆਂ ਉਹਨਾਂ ਦੇ ਨਾਲ ਜੁੜਦੀਆਂ ਜਾਂ ਜਿਹੜਾ ਸਾਡਾ ਫੋਕ ਲਿਟਰੇਚਰ ਆ ਉਹਨੂੰ ਐਵੇਂ ਕਹਿ ਕੇ ਪਿੱਛੇ ਨਹੀਂ ਛੱਡਿਆ ਜਾ ਸਕਦਾ। ਹੁਣ ਤਾਂ ਈਵਨ ਜਿਹੜੇ ਇਹ ਵਿਗਿਆਨੀ ਨੇ, ਜਿਹੜੇ ਸਮਾਜ ਵਿਗਿਆਨੀ ਨੇ, ਉਹ ਤਾਂ ਜਿਹੜੀ ਮਿੱਥ ਆ ਉਹਨੂੰ ਵੀ ਇੱਕ ਕੰਟੈਕਸਟ ਦੇ ਵਿੱਚ ਲੈਂਦੇ ਆ ਵੀ ਮਿੱਥ ਦੇ ਨਾਲ ਵੀ ਬਹੁਤ ਕੁਝ ਜੁੜਿਆ ਹੁੰਦਾ, ਵੀ ਮਿੱਥ ਨੂੰ ਵੀ ਸਿਰਫ ਤੁਸੀਂ ਅੰਧ ਵਿਸ਼ਵਾਸ ਕਹਿ ਕੇ ਪਿੱਛੇ ਨਹੀਂ ਛੱਡ ਸਕਦੇ, ਉਹਦੇ ਨਾਲ ਵੀ ਬਹੁਤ ਕੁਝ ਜਿਹੜਾ ਜੁੜਿਆ ਹੁੰਦਾ, ਜਿਹਦੇ ਵਿੱਚੋਂ ਬਹੁਤ ਕੁਝ ਲਿਆ ਜਾ ਸਕਦਾ। ਕਮਾਲ ਦੀ ਗੱਲ ਹੈ ਇਹਦੇ 'ਚ ਤੁਸੀਂ ਦੇਖੋ, ਜਦੋਂ ਇੱਕ ਸਧਾਰਨ ਦੀ ਗੱਲ ਹੈ ਕਿ ਅਨਾਜ ਦੀਆਂ ਬੋਰੀਆਂ ਖਜ਼ਾਨੇ 'ਚੋਂ ਵੰਡੀਆਂ ਜਾ ਰਹੀਆਂ ਨੇ, ਇੱਕ ਬਿਰਧ ਔਰਤ ਆਉਂਦੀ ਹੈ ਕਿ ਉਹ ਤੋਂ ਚੱਕਿਆ ਨਹੀਂ ਜਾ ਰਿਹਾ, ਤੇ ਉਹ ਕਹਿੰਦੀ ਇੱਕ ਬੰਦਾ ਇੱਥੇ ਖੜਾ ਹੈਗਾ ਵੀ ਭਾਈ ਤੂੰ ਚੁਕਾ ਦੇ। ਉਹ ਕਹਿੰਦੇ ਆਪਣੀ ਪਿੱਠ ਤੇ ਲੈ ਕੇ ਉਹ ਜਦੋਂ ਘਰੇ, ਉਹ ਕਹਿੰਦੇ ਵੀ ਪੁੱਤ ਤੂੰ ਤਾਂ ਕਮਾਲ ਦਾ, ਤੂੰ ਬਹੁਤ ਚੰਗਾ ਕੀਤਾ। ਤੇ ਅੱਗਿਓਂ ਉਹਦਾ ਪਰਿਵਾਰ ਜਦੋਂ ਦੇਖਦਾ ਉੱਥੇ ਪਤਾ ਲੱਗਦਾ ਇਹ ਤਾਂ ਮਹਾਰਾਜਾ। ਕਹਿੰਦੇ ਵੀ ਤੂੰ ਕੀ, ਉਦੋਂ ਉਹ ਸ਼ਬਦ ਚੱਲਿਆ ਜਿਹੜਾ ਉਹਨਾਂ ਦੇ ਕਾਲ ਤੋਂ ਚੱਲ ਕੇ ਅੱਜ ਤੱਕ ਚੱਲਿਆ ਹੈ, ਉਹ ਸ਼ਬਦ ਸੀ ਪਾਂਡੀ ਪਾਤਸ਼ਾਹ। ਬਿਲਕੁਲ ਜੀ, ਪਰਜਾ ਦਾ ਕੂਕਰ ਹਾਂ। ਉਹ ਜਿਹੜੀ ਚੀਜ਼ ਹੈ, ਜਾਂ ਇਸ ਤਰ੍ਹਾਂ ਹੀ ਜਦੋਂ ਕਿਤੇ ਤਵੇ ਦੀ ਗੱਲ ਚੱਲਦੀ ਹੈ ਕਿ ਵੱਟੇ ਮਾਰ ਕੇ ਮੈਂ ਕਿਸ ਤਰੀਕੇ ਨਾਲ ਤਵੇ ਨੂੰ, ਕਾਲੇ ਨੂੰ ਛੁਹਾ ਕੇ, ਜੇ ਪਾਰਸ ਕਿਹਾ ਜਾਂਦਾ ਸੀ ਰਾਜਾ ਪਾਰਸ ਹੈ, ਤੇ ਇਹਦੇ ਨਾਲ ਕੋਈ ਧਾਤੂ ਛੋਂਦੀ ਕਰ ਲਓ ਤੇ ਉਹ ਸੋਨਾ ਬਣ ਜਾਂਦੀ ਹੈ। ਤੇ ਉਹ ਕਿਸੇ ਨੇ ਕਹਿੰਦੇ ਵੀ ਤਵਾ ਲੈ ਕੇ ਚਲੀ ਗਈ ਕੋਈ, ਠੀਕ ਹੈ, ਉਹਦੇ 'ਚ ਇਉਂ ਹੋ ਸਕਦਾ ਛੁਹਾਇਆ ਨਾ ਹੋਵੇ, ਮੂਹਰੇ ਲੈ ਗਿਆ ਵੀ ਮੈਂ ਵੀ ਤਵਾ ਲੈ ਕੇ ਆਈ ਹਾਂ ਤੇ ਤੁਸੀਂ ਪਾਰਸ ਹੋ ਤਾਂ ਮੇਰੀ ਇਹ ਤਵੇ ਨੂੰ ਵੀ ਕਰ ਦਿਓ। ਉਹ ਕਹਿੰਦਾ ਵੀ ਇਹਨੂੰ ਸੋਨਾ ਦਿਓ, ਠੀਕ ਹੈ। ਹੁਣ ਬੱਚਿਆਂ ਦੀ ਕਹਾਣੀ ਕਿ ਰਾਜੇ ਤੋਂ ਬਹੁਤ ਕੁਝ ਮਿਲਦਾ, ਇਹ ਮਿਠਾਸ ਦਾ ਪ੍ਰਤੀਕ ਹੈ, ਇਹ ਸਾਰਿਆਂ ਦਾ ਸਾਂਝਾ। ਕਹਿੰਦੇ ਰੋੜਾ ਮਾਰਿਆ, ਵੱਟਾ ਮਾਰਿਆ, ਪ੍ਰਤੀਕ ਹੈ। ਦੇਖੋ ਜਿਹਨੇ ਵੀ ਮਿੱਥ ਨੂੰ ਅੱਗੇ ਲੈ ਕੇ ਤੁਰੇ ਆ ਜਿਹੜੇ ਲੋਕ, ਸਾਡੇ ਬਜ਼ੁਰਗ, ਉਹਨੇ ਕਮਾਲ ਕਰ ਦਿੱਤੀ। ਤੇ ਉਹ ਕਹਿੰਦੇ ਵੀ ਵੱਟਾ ਮਾਰਿਆ, ਕਹਿੰਦੇ ਵੀ ਇਹਨੂੰ ਫੜਨਾ, ਇਹਨੂੰ ਅਰੈਸਟ ਕਰਨਾ, ਕਾਰਵਾਈ ਕਰਨੀ ਨਹੀਂ। ਕਹਿੰਦੇ ਜੇ ਵੱਟਾ ਮਾਰ ਕੇ ਬੇਰੀ ਤੋਂ ਮੈਨੂੰ ਮੇਲ ਮਿਲਦਾ ਤੇ ਮਹਾਰਾਜੇ ਨੇ ਮੈਂ ਮਾਰਿਆ ਮੈਨੂੰ ਕੁਛ ਮਿਲੂ, ਗੱਲ ਸਹੀ ਹੈ। ਇਹਨੂੰ ਵੀ ਖਜ਼ਾਨਾ ਦਿਓ, ਕੁਛ ਦਿਓ, ਇਹ ਤਾਂ ਕਿ ਮੇਰੇ ਕੋਲ ਕੁਛ ਲੈ ਕੇ ਜਾਵੇ। ਐਵੇਂ ਨਹੀਂ ਲੋਕਾਂ ਦੇ ਨਾਲ ਰਾਜਿਆਂ ਦੀ ਇਸ ਤਰ੍ਹਾਂ ਦੀ, ਨਹੀਂ ਤਾਂ ਰਾਜੇ ਦਾ ਜਿਹੜਾ ਇੱਕ ਹੁਣ ਤੱਕ ਦਾ ਰਿਹਾ ਨਾ, ਇੱਕ ਕੰਟੈਸਟ ਦੇ ਵਿੱਚ ਕਿਤੇ ਵੀ ਰਾਜਾ ਸ਼ਬਦ ਆਇਆ, ਈਵਨ ਗੁਰਬਾਣੀ 'ਚ ਵੀ ਆਇਆ,
ਗੁਰਬਾਣੀ 'ਚ ਰਾਜੇਸ਼ੀ ਮੁਕੱਦਮ ਕੁੱਤੇ, ਬਿਲਕੁਲ ਰਾਜਿਆਂ ਦੇ ਬਾਰੇ, ਰਾਜਿਆਂ ਦੇ ਕਿਰਦਾਰ ਬਾਰੇ ਬਹੁਤ ਤਿੱਖੇ ਸ਼ਬਦ ਨੇ। ਜੀ 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 ਜੀ। ਇਤਿਹਾਸਕਾਰ ਕਹਿੰਦੇ ਨੇ ਅਸੀਂ ਸ਼ਹਿਨਸ਼ਾਹ ਰਾਜੇ ਦੀ ਥਾਂ ਤੇ ਇੱਕ ਜਿਹੜਾ ਬੰਦਾ ਕਿਰਤੀ, ਮਿਹਨਤੀ, ਮੁਸ਼ੱਕਤੀ ਆ ਉਹਦਾ ਸਤਿਕਾਰ ਕਰਦੇ ਆ। ਪਰ ਵਾਹਦ ਪਹਿਲਾ ਰਾਜਾ ਜਿਹਨੂੰ ਲੋਕ ਪਿਆਰ ਨਾਲ ਕਹਿੰਦੇ ਆ ਸ਼ੇਰੇ ਪੰਜਾਬ, ਆਪਣਾ ਰਾਜਾ, ਸਾਡਾ ਨਾਇਕ। ਸੋ ਇਹਦਾ ਕਾਰਨ ਹੈ ਕਿ ਉਹੀ ਜਿਹੜੀ ਤੁਹਾਡੀ ਗੱਲ ਹੈ ਕਿ ਅੱਜ ਜੇ ਇੰਟਲੈਕਚੁਅਲ ਵਰਗ ਦੁਨੀਆ ਦੇ ਚਿੰਤਕ ਇਹ ਮੰਨਦੇ ਨੇ ਕਿ ਮਿੱਥ ਆ ਜਿਹੜੀ ਉਹਦੀ ਇੱਕ ਕਦਰ ਕਰਨੀ ਚਾਹੀਦੀ ਹੈ। ਸੋ ਸਾਡੇ ਜਿਹੜੇ ਇਤਿਹਾਸਕਾਰ ਨਾ ਕੱਚ ਘਰੜ ਹੁੰਦੇ ਨੇ, ਜਿਨ੍ਹਾਂ ਦੇ ਪੱਲੇ ਕੁਛ ਨਹੀਂ ਹੁੰਦਾ ਤੇ ਜਿਹੜੀ ਹਰ ਗੱਲ 2 ਤੇ 2 4 ਹੀ ਦੇਖਦੇ ਨੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਦੁਨੀਆ ਜਿਸ ਨੂੰ ਮੰਨਦੀ ਹੈ ਉਹਦਾ ਕੀ ਹੈ। ਆਪਣੇ ਪੱਲੇ ਉਹਨਾਂ ਨੇ ਕੁਛ ਨਹੀਂ ਹੁੰਦਾ, ਉਹ ਕਹਿੰਦੇ ਲੈ ਜੀ ਆਹ ਕਿਵੇਂ ਹੋ ਗਈ ਗੱਲ, ਆਹ ਕਿਵੇਂ ਹੋ ਗਈ। ਵੀ ਤੁਹਾਡੇ ਵਰਗੇ ਇਹੋ ਜਿਹੇ ਹੈ ਨਹੀਂ ਸੀ, ਉਦੋਂ ਸਿਆਣੇ ਬੰਦੇ ਹੋਏ ਜੇ ਸੀ ਜਿਹੜੇ ਕਦਰ ਕਰਨ ਵਾਲੇ, ਨਹੀਂ ਤਾਂ ਉਦੋਂ ਵੀ ਇਹੋ ਜਿਹਾ ਕੋਈ ਝੰਜਟ ਪਾਉਂਦੇ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਨੂੰ ਬਕਾਇਦਾ ਲੋਕ ਨਾਇਕ ਬਣ ਕੇ ਪੇਸ਼ ਕੀਤਾ। ਔਰ ਕੋਈ ਵੀ ਦੁਨੀਆ ਦਾ ਇਤਿਹਾਸ ਡਾਕਟਰ ਸਾਹਿਬ ਮੈਨੂੰ ਲੱਗਦਾ ਮਿੱਥ ਤੋਂ ਬਿਨਾਂ ਨਹੀਂ ਹੈ। ਤੁਸੀਂ ਉਹਨੂੰ ਮਿੱਥ ਨੂੰ ਜਦੋਂ ਸਮਝਦੇ ਆ ਤਾਂ ਫੇਰ ਹੀ ਉਹਦੇ ਵਿੱਚੋਂ ਬਹੁਤ ਕੁਝ ਤੁਹਾਨੂੰ ਨਿਕਲ ਕੇ ਆਉਂਦਾ ਆ। ਦੂਜੀ ਗੱਲ, ਜਿੱਦਾਂ ਤੁਸੀਂ ਕਿਹਾ ਕਿ ਰਾਜਾ ਕਦੇ ਵੀ ਪੰਜਾਬੀਆਂ ਦਾ ਨਾਇਕ ਨਹੀਂ ਰਿਹਾ। ਹਾਂਜੀ, ਫਕੀਰ ਜਿਹੜਾ ਉਹ ਰਾਜੇ ਨੂੰ ਪਰੇ ਹੋ ਕੇ ਖੜਨ ਲਈ ਕਹਿ ਸਕਦਾ, ਪੰਜਾਬੀ ਜਿਹੜਾ ਉਹਦਾ ਕਰੈਕਟਰ ਆ। ਹਾਂਜੀ, ਔਰ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ। ਦੂਜੀ ਗੱਲ, ਇੱਕ ਗੱਲ ਜਿਹੜੀ ਮੈਂ ਹੋਰ ਤੁਹਾਡੇ ਨਾਲ ਸਪਸ਼ਟ ਕਰਨੀ ਚਾਹੁੰਦਾ ਜਾਂ ਤੁਹਾਡੇ ਕੋਲੋਂ ਚਾਹੁੰਦਾ, ਇਹਦੀ ਨਿਵਰਤੀ ਕਿ ਸਿੱਖ ਰਾਜ ਕਿਹਾ ਜਾਂਦਾ ਕਿ ਇਹ ਸਿੱਖ ਰਾਜ ਸੀਗਾ। ਪਰ ਇਹਨੂੰ ਇੱਕ ਧਰਮ ਨਿਰਪੱਖ ਰਾਜ ਵੀ ਕਿਹਾ ਜਾਂਦਾ। ਮਹਾਰਾਜਾ ਰਣਜੀਤ ਸਿੰਘ ਦਾ ਜੇਕਰ ਲਾਹੌਰ ਦੇ ਵਿੱਚ ਕਿਲ੍ਹਾ ਦੇਖ ਲਓ, ਉੱਥੇ ਭਗਵਾਨ ਕ੍ਰਿਸ਼ਨ ਦੀਆਂ ਵੀ ਜਿਹੜੀ ਉਹਨਾਂ ਨੇ ਉਹਨਾਂ ਦੇ ਆਕਾਰ ਚਿੱਤਰ ਬਣੇ ਆ, ਉੱਥੇ ਵਿਸ਼ਨੂੰ ਦੇ ਅਵਤਾਰ ਵੀ ਬਣੇ ਆ। ਇੱਕ ਸਿੱਖ ਰਾਜ ਦੇ ਵਿੱਚ ਬਾਕੀ ਧਰਮ ਇਹ ਕਿਸ ਤਰ੍ਹਾਂ ਸੀਗੇ ਵੀ ਉਹ ਕਿਲ੍ਹੇ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਉਹ ਬਣਾ ਰਹੇ ਆ, ਇਹ ਉੱਥੇ ਬਹੁਤ ਸਾਰੇ ਹੋਰ ਧਰਮਾਂ ਦੇ ਲੋਕਾਂ ਨੂੰ ਵੀ ਕਿਤੇ ਵੱਡੇ ਅਹੁਦਿਆਂ ਦੇ ਉੱਤੇ ਸੀ। ਇਹ ਥੋੜਾ ਜਿਹਾ ਸਮਝਾਓ ਕਿ ਧਰਮ ਨਿਰਪੱਖ ਕੀ ਹੈ ਤੇ ਸਿੱਖ ਰਾਜ ਕੀ ਹੈ। ਦੋ ਚੀਜ਼ਾਂ ਜੀ। ਇੱਕ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਪਰਿਵਾਰ ਦੇ ਵਿੱਚੋਂ ਸੀ ਜੀ। ਵੱਡੇ ਵਡੇਰੇ ਉਹਨਾਂ ਦੇ ਸਿੱਖੀ ਸਨ, ਸਿੱਖੀ ਗੁੜਤੀ ਦੇ ਵਿੱਚ ਮਿਲੀ ਸੀ, ਕੋਈ ਸ਼ੱਕ ਨਹੀਂ। ਉਸ ਦੇ ਨਾਲ ਨਾਲ ਜਿਹੜੇ ਰਾਜਿਆਂ ਦੇ ਕਿਰਦਾਰ ਦੇ ਤੌਰ ਤੇ ਇਹ ਵੀ ਗੱਲ ਸੀ ਕਿ ਉਸ ਨੇ ਬਾਕੀ ਜਿਹੜੇ ਧਰਮ ਆ, ਜਿਹੜੀ ਉਹਦੀ ਪਰਜਾ ਦੇ ਰੂਪ 'ਚ ਹੈ, ਚਾਹੇ ਉਹ ਪਰਜਾ ਉਹਦੀ ਹੈ ਹਿੰਦੂ ਹੈ, ਕੋਈ ਮੁਸਲਮਾਨ ਹੈ, ਸਾਰਿਆਂ ਨੂੰ ਬਰਾਬਰ ਥਾਂ ਦਿੱਤਾ। ਈਵਨ ਇੱਥੋਂ ਤੱਕ ਕਿ ਜਿਹੜੇ ਬਾਹਰਲੇ ਜਰਨੈਲ ਵੀ ਸਨ, ਜਿਨ੍ਹਾਂ ਬਾਰੇ ਅੱਗੇ ਜਾ ਕੇ ਗੱਲ ਕਰਾਂਗੇ, ਉਹਨਾਂ ਨੂੰ ਵੀ ਮੌਕਾ ਦਿੱਤਾ। ਪਰ ਹੁਣ ਇੱਥੇ ਦੋ ਤਰ੍ਹਾਂ ਦੇ ਸਵਾਲ ਆਉਂਦੇ ਨੇ। ਜਿਹੜੇ ਤਾਂ ਨਿਰੋਲ ਜਿਸ ਕਿਸਮ ਦਾ ਅਸੀਂ ਕਈ ਵਾਰ ਗੱਲ ਕਰਦੇ ਹਾਂ ਕਿ ਇਹ ਜਿਹੜੇ ਕੱਟੜ ਨਿਯਮਾਂ ਦੇ ਅਨੁਸਾਰ ਰਾਜੇ ਦੀ ਜੀਵਨ ਸ਼ੈਲੀ ਨੂੰ ਬਿਆਨ ਕਰਨਾ, ਜਿਹੜਾ ਕਿ ਇੱਕ ਸਮਝੋ ਉਹਨੂੰ ਕਹੋ ਵੀ ਇੱਕ ਦਰਬਾਰ ਸਾਹਿਬ ਦੇ ਵਿੱਚ ਇੱਕ ਗ੍ਰੰਥੀ ਸਿੰਘ ਲਾ ਲਓ ਜਾਂ ਕਿਸੇ ਤਖਤ ਦਾ ਜਥੇਦਾਰ ਲਾ ਲਓ ਜਾਂ ਇੱਕ ਧਾਰਮਿਕ ਸ਼ਖਸੀਅਤ। ਮੈਂ ਉੱਥੇ ਕਲੀਅਰ ਕਰਨਾ ਚਾਹੁੰਦਾ, ਮਹਾਰਾਜਾ ਧਾਰਮਿਕ ਸ਼ਖਸੀਅਤ ਨਹੀਂ ਸੀ। ਇਹ ਗੱਲ ਮੰਨਣੀ ਪੈਣੀ ਹੈ, ਇਹ ਗੱਲ ਕਲੀਅਰ ਹੈ। ਉਹ ਇੱਕ ਰਾਜਿਆਂ ਚੋਂ ਹੀ ਰਾਜਾ ਸੀ, ਪਰ ਉਹਨਾਂ ਚੋਂ ਕਿਹੜਾ ਰਾਜਾ ਸੀ ਅਸੀਂ ਉਹ ਗੱਲ ਕਰ ਰਹੇ ਹਾਂ। ਦੂਸਰੀ ਗੱਲ ਇਹ ਹੈ ਕਿ ਉਹ ਦੂਜਿਆਂ ਨੂੰ ਸਾਰਿਆਂ ਨੂੰ ਜਿਹੜਾ ਸ਼ਾਮਲ ਕਰ ਰਹੇ ਸੀ। ਹੁਣ ਇੱਥੇ ਜਿਹੜਾ ਸਵਾਲ ਹੁੰਦਾ, ਪਹਿਲਾ ਨੁਕਤਾ ਸਿੱਖ ਧਰਮ ਦਾ ਇਹ ਹੈ ਕਿ ਧਾਰਮਿਕ ਤੌਰ ਤੇ ਰਸਤਾ ਜਿਹੜਾ ਅਖਤਿਆਰ ਕੋਈ ਵੀ ਕਰਦਾ ਉਹਦਾ ਰਸਤਾ ਹੈ ਜੀ, ਉਹਨੂੰ ਆਜ਼ਾਦੀ ਹੈ ਤੇ ਉਸ ਆਜ਼ਾਦੀ ਦੇ ਵਿੱਚ ਕਿਸੇ ਨੂੰ ਕੋਈ ਖਲਲ ਪਾਉਣ ਦੀ ਇਜਾਜ਼ਤ ਨਹੀਂ। ਇਸ ਨੂੰ ਗੁਰੂ ਸਾਹਿਬ ਨੇ ਆਪਣੇ ਮੌਕੇ ਤੇ ਪ੍ਰੂਵ ਕੀਤਾ। ਸਭ ਤੋਂ ਵੱਡੀ ਉਦਾਹਰਨ ਦੇਖੋ, ਗੁਰੂ ਤੇਗ ਬਹਾਦਰ ਜੀ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਲੀਅਰ ਹੈ ਕਿ ਜਿਹੜਾ ਬ੍ਰਾਹਮਣੀ ਸਮਾਜ ਸੀ ਉਹਦੇ ਖਿਲਾਫ ਗੁਰੂ ਨਾਨਕ ਸਾਹਿਬ ਦਾ ਸੰਘਰਸ਼ ਸੀ, ਉਨੀ ਵਿੱਥ ਦੇ ਨਾਲ ਹੀ ਜਿੰਨਾ ਕਿ ਉਸ ਵੇਲੇ ਮੌਲਾਣਾ ਜਿਹੜਾ ਲੋਕ ਸਨ ਉਹਨਾਂ ਦੇ। ਤੇ ਗੁਰੂ ਸਾਹਿਬ ਨੇ ਬ੍ਰਾਹਮਣੀ ਸਮਾਜ ਦੇ ਹਰ ਉਸ ਨਿਯਮ ਨੂੰ ਸਿੱਧੀ ਚੁਣੌਤੀ ਦਿੱਤੀ, ਇੱਥੋਂ ਤੱਕ ਕਿ ਜਨੇਊ ਨੂੰ ਕਿਹਾ ਮੈਂ ਨਹੀਂ ਪਾਉਣਾ। ਮੈਂ ਕਿਹਾ ਪਾਵਾਂ, ਤੁਹਾਡੇ ਇਸ ਗੱਲ ਨੂੰ ਮੈਂ ਨਹੀਂ ਮੰਨਦਾ। ਉਹ ਪੂਜਾ ਅਰਚਾ, ਪਾਣੀ ਦੇਣਾ, ਕਾਹਨੂੰ ਪਾਣੀ ਦੇਵਾਂ, ਮੈਂ ਪਾਣੀ ਨਹੀਂ ਦੇਣਾ, ਇਹ ਪਾਣੀ ਤੇਰਾ ਕਿੱਥੇ ਜਾਊ, ਜਾਂ ਮੈਂ ਆਪਣੇ ਕਰਤਾਰਪੁਰ ਦੇ ਖੇਤਾਂ ਨੂੰ ਜਾਂ ਇਹਨਾਂ ਫਸਲਾਂ ਨੂੰ ਪਾਣੀ ਦਿੰਦਾ। ਫਿਰ ਉਸ ਤੋਂ ਬਾਅਦ ਜੋ ਮੰਦਰਾਂ ਦੇ ਵਿੱਚ ਬੈਠ ਕੇ ਕਰਦੇ ਸਨ ਉਹਨਾਂ ਸਾਰਿਆਂ ਦਾ ਵਿਰੋਧ ਕੀਤਾ। ਅਖੀਰ ਨੂੰ ਇਹ ਸਾਬਤ ਕਰਤਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਇਹ ਦੋਨਾਂ ਤੋਂ ਡਿਸਟੈਂਸ ਦਿੱਤਾ, ਕਲੀਅਰ ਹੋ ਗਿਆ। ਪਰ ਇਹੀ ਗੱਲ ਜਦੋਂ ਅਸੀਂ ਦੇਖਦੇ ਹਾਂ ਸਿੱਖ ਧਰਮ ਦੇ ਵਿੱਚ, ਗੁਰੂ ਤੇਗ ਬਹਾਦਰ ਜੀ ਨੇ ਇਸ ਗੱਲ ਨੂੰ ਪੂਰਾ ਸਪਸ਼ਟ ਰੱਖਦਿਆਂ ਹੋਏ ਇੱਕ ਗੱਲ ਐਡ ਕਰਤੀ। ਉਹ ਇਹ ਕੀਤੀ ਕਿ ਇਹਦਾ ਮਤਲਬ ਇਹ ਨਹੀਂ ਕਿ ਅੱਜ ਤੇਰਾ ਕੋਈ ਧਰਮ ਹੋਰ ਹੈ ਤੇ ਮੇਰੇ ਤੇਰੇ ਦੇ ਵਿਚਾਰ ਵੀ ਸਹਿਮਤ ਨਹੀਂ ਤੇ ਮੈਂ ਤੇਰੇ ਵਿਚਾਰਾਂ ਦੇ ਖਿਲਾਫ ਹਾਂ ਜਾਂ ਤੂੰ ਇਹਨਾਂ ਨੂੰ ਨਹੀਂ ਮੰਨਦਾ ਤੇ ਤੇਰੇ ਤੇ ਕੋਈ ਤਸ਼ੱਦਦ ਕਰੇ ਤਾਂ ਮੈਂ ਬਰਦਾਸ਼ਤ ਕਰ ਲੂੰਗਾ। ਵਾਹ ਕੀ ਬਾਤ। ਵਾਲਟੇਅਰ ਨੇ ਉਸ ਤੋਂ 2 ਸਦੀਆਂ ਬਾਅਦ ਇਹ ਗੱਲ ਨੂੰ ਲਿਖਿਆ ਤੇ ਦੁਨੀਆ ਦੇ ਵਿੱਚ ਪ੍ਰਚਾਰਿਆ ਗਿਆ। ਤੇ ਸਿੱਖ ਜੀਵਨ ਜਾਂਚ ਦੇ ਵਿੱਚ ਇਹ ਤਾਂ ਕਦੋਂ ਦਾ ਕਰ ਚੁੱਕਿਆ ਸੀ। ਫਿਰ ਗੁਰੂ ਸਾਹਿਬ ਨੇ ਇਹ ਕਿਹਾ ਵੀ ਇਹ ਇਕੱਲਾ ਕਹਿਣਾ ਨਹੀਂ, ਹੁਣ ਆ ਗਿਆ ਸਮਾਂ। ਔਰੰਗਜ਼ੇਬ ਦੇ ਨਾਲ
ਸਿੱਧੀ ਜਿਹੜੀ ਸਾਰੀ ਡਿਟੇਲ ਆ, ਵਿਸਤਾਰ ਆ, ਉਹ ਇਹ ਹੈ ਕਿ ਗੁਰੂ ਸਾਹਿਬ ਉਹਨਾਂ ਲੋਕਾਂ ਲਈ ਖੜ ਰਹੇ ਆ ਜਿਨ੍ਹਾਂ ਲੋਕਾਂ ਲਈ ਉਹਨਾਂ ਦਾ ਧਾਰਮਿਕ ਲੈਣ ਦੇਣ ਕੁਛ ਨਹੀਂ। ਸਹਿਮਤ ਵੀ ਨਹੀਂ, ਬਿਲਕੁਲ ਸਹਿਮਤ ਨਹੀਂ, ਬਲਕਿ ਸਹਿਮਤ ਤੋਂ ਵੀ ਉਲਟ ਅਸਹਿਮਤ ਤੇ ਵਿਰੋਧ ਦੇ ਵਿੱਚ ਜਨਮ ਹੋਇਆ। ਸਿੱਖ ਲਹਿਰ ਵਿਰੋਧ ਦੇ ਵਿੱਚ ਉੱਠੀ ਆ, ਭਗਤੀ ਲਹਿਰ ਤੇ ਸਿੱਖ ਲਹਿਰ ਇਹ ਇਸੇ ਜਿਹੜਾ ਬ੍ਰਾਹਮਣੀ ਸਮਾਜ ਦੇ ਵਿੱਚੋਂ ਇੱਕ ਵਿਰੋਧ ਦੇ ਵਿੱਚ ਉੱਠੀ ਤੇ ਆਪਣਾ ਇੱਕ ਡਿਸਟੈਂਸ ਕਾਇਮ ਕਰ ਲਿਆ। ਕਮਾਲ ਦੀ ਗੱਲ ਹੈ ਕਿ ਤੁਸੀਂ ਇਹ ਦੇਖੋ ਕਿ ਉਹੀ ਗੁਰੂ ਸਾਹਿਬ ਦੇ ਕੋਲ ਉਹ ਲੋਕ ਜਦੋਂ ਚੱਲ ਕੇ ਆਉਂਦੇ ਆ ਵੀ ਸਾਡੇ ਰਸਤੇ ਬੰਦ ਹੋ ਗਏ, ਤੇ ਗੁਰੂ ਸਾਹਿਬ ਕਹਿੰਦੇ ਠੀਕ ਆ, ਮੰਨਿਆ ਕਿ ਤੁਹਾਡੇ ਨਾਲ ਸਹਿਮਤ ਨਹੀਂ, ਪਰ ਇਹਦਾ ਮਤਲਬ ਇਹ ਥੋੜਾ ਤੈਨੂੰ ਹਰ ਕੋਈ ਆ ਕੇ ਕੁੱਟ ਜੂਗਾ ਕਿ ਇਹ ਕਾਹਦੀ ਗੱਲ ਹੈ ਨਾ, ਇੱਥੇ ਖੜਾਂਗੇ। ਉਹਦੇ ਲਈ ਸ਼ਹਾਦਤ ਦੇ ਦਿੱਤੀ। ਵਰਲਡ ਦੀ ਹਿਸਟਰੀ ਦੇ ਵਿੱਚ ਇਹ ਮਿਸਾਲ ਹੈ ਕਿ ਵਿਚਾਰਾਂ ਲਈ ਇੱਕ ਤਾਂ ਵਿਚਾਰ ਲੈਣੇ, ਵਿਰੋਧੀਆਂ ਦੇ ਵਿਚਾਰ ਦੀ ਕਦਰ ਕਰਨੀ, ਫਿਰ ਉਹਦੇ ਵਿਚਾਰ ਦੇ ਲਈ ਲੜ ਮਰਨਾ, ਸ਼ਹਾਦਤ ਤੱਕ ਚਲੇ ਜਾਣਾ। ਸ਼ਹਾਦਤ ਗੁਰੂ ਸਾਹਿਬ ਦੀ ਜਿਹੜੀ ਆ ਉਹ ਇੱਕ ਦੁਨੀਆ ਦੇ ਇਤਿਹਾਸ 'ਚ ਹੈ। ਹੁਣ ਇੱਥੋਂ ਜੋੜੋ ਤੁਸੀਂ, ਇੱਥੇ ਆ ਕੇ ਅਸੀਂ ਸਿੱਧਾ ਆਉਣੇ ਆ ਕਿ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਆ ਗਏ ਜੀ। ਬੰਦਾ ਸਿੰਘ ਬਹਾਦਰ 5 ਸਿੰਘਾਂ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਤੁਰਦੇ ਆ, ਨੰਦੇੜ ਤੋਂ ਆ ਗਏ, ਰਸਤੇ ਦੇ ਵਿੱਚ ਸਿੱਧਾ ਪੰਜਾਬ 'ਚ ਨਹੀਂ ਪਹੁੰਚ ਗਏ। ਕਿੱਥੇ ਕਿੱਥੇ ਬੰਦਾ ਸਿੰਘ ਬਹਾਦਰ ਆਏ, ਜਿੱਥੇ ਵੀ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਮੁਜੱਸਮਾ ਜਿਹੜਾ ਜ਼ੁਲਮ ਦੇ ਖਿਲਾਫ ਹੈ ਉਹ ਆਇਆ, ਉੱਥੋਂ ਦੇ ਲੋਕ ਉਹਦੇ ਨਾਲ ਜੁੜੇ। ਉੱਥੇ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਕਿਹਾ ਤੁਸੀਂ ਲੋਕ ਆਪਣੇ ਹਿੱਤਾਂ ਦੇ ਲਈ ਲੜੋ, ਤੇ ਕੁਝ ਪ੍ਰਭਾਵਿਤ ਹੋ ਕੇ ਨਾਲ ਤੁਰਦੇ ਗਏ। 5 ਤੋਂ ਲੈ ਕੇ 500 ਤੇ 1000 ਤੇ ਹਜ਼ਾਰਾਂ ਦੇ ਵਿੱਚ ਜਦੋਂ ਨੂੰ ਪੰਜਾਬ ਪਹੁੰਚੇ, ਉਹ ਕੌਣ ਸਨ ਲੋਕ? ਉਹ ਸਿੱਖ ਸਨ ਇਕੱਲੇ? ਨੋ, ਉਹਨਾਂ ਦੇ ਵਿੱਚ ਹਿੰਦੂ ਵੀ ਸਨ, ਉਹਨਾਂ ਦੇ ਵਿੱਚ ਮੁਸਲਮਾਨ ਵੀ ਸਨ, ਉਹਨਾਂ 'ਚ ਜਿਨ੍ਹਾਂ ਨੂੰ ਅੱਜ ਦਰਾਵੜ ਜਾਂ ਪਛੜੇ ਲੋਕ ਜਾਂ ਉਹ ਜਿਨ੍ਹਾਂ ਨੇ ਬ੍ਰਾਹਮਣ ਨੇ ਜਿਨ੍ਹਾਂ ਦੇ ਉੱਪਰ ਜ਼ੁਲਮ ਕੀਤਾ ਸੀ, ਜਾਂ ਜਿਨ੍ਹਾਂ ਨੇ ਮੌਲਾਨਾਵਾਦੀ ਉਸ ਵੇਲੇ ਜਿਹੜਾ ਮੁਗਲੀਆ ਸਮਾਜ ਸੀ ਉਹਨੇ ਅਤਿਆਚਾਰ, ਤੁਰਕਾਂ ਨੇ ਅਤਿਆਚਾਰ ਕੀਤੇ ਸੀ, ਸਾਰੇ ਜੁੜ ਕੇ ਆਏ ਤੇ ਇੱਕ ਲਹਿਰ ਬਣ ਗਈ। ਉਸੇ ਸਲਤਨਤ ਨੂੰ ਤਹਿਸ ਨਹਿਸ ਕਰਤਾ ਪੰਜਾਬ ਦੇ ਵਿੱਚ, ਜਿਹਦੇ ਸਿਰ ਤੇ ਉਹ ਕਰਦੇ ਸਨ। ਪਰ ਜਿੱਦਣ ਉਹ ਲੜਾਈ ਹੋਈ ਉਦਣ ਦਾ ਇਤਿਹਾਸ ਗਵਾਹ ਕਿ ਬੰਦਾ ਸਿੰਘ ਬਹਾਦਰ ਨੇ ਐਲਾਨੀਆਂ ਕਿਹਾ ਕਿ ਕੋਈ ਵੀ ਮੁਸਲਮਾਨ ਸਿਰਫ ਇਸਲਾਮ ਦੇ ਕਾਰਨ ਇੱਥੇ ਕਤਲ ਨਹੀਂ ਹੋਊਗਾ, ਤੇ ਕੋਈ ਵੀ ਮਸੀਤ ਜਿਹੜੀ ਇਸ ਸਰਹੰਦ ਦੇ ਵਿੱਚ ਹੈ ਉਸ ਨਹੀਂ ਦੇਖ ਸਕਦਾ। ਤੇ ਸਿੱਖ ਰਾਜੇ ਨੇ, ਬੰਦਾ ਸਿੰਘ ਬਹਾਦਰ ਨੇ ਆਪਣੇ ਉਸ ਵੇਲੇ ਫੌਜੀ ਲਾਏ ਵੀ ਮਸੀਤਾਂ ਨੂੰ ਬਚਾਉਣਾ, ਕਿਤੇ ਇਸ ਹਜੂਮ ਦੇ ਵਿੱਚੋਂ ਕੋਈ ਨੁਕਸਾਨ ਨਾ ਕਰ ਦੇਵੇ। ਇਹ ਇਤਿਹਾਸ ਹੈ, ਇਹ ਗੁੜਤੀ ਹੈ। ਤੇ ਹੁਣ ਆਉਂਦੀ ਹੈ ਮਿਸਲਾਂ ਤੋਂ ਬਾਅਦ ਭਾਈ ਮਹਾਰਾਜਾ ਰਣਜੀਤ ਸਿੰਘ ਦੀ ਗੱਲ। ਮਹਾਰਾਜਾ ਰਣਜੀਤ ਸਿੰਘ ਅਚਨਚੇਤੀ ਨਹੀਂ ਕਿਤੇ ਕੋਈ ਆਪਣਾ ਜਿਹੜਾ ਗ੍ਰਹਿ ਮੰਤਰੀ ਬਣਾਉਂਦਾ ਹੈ, ਕੋਈ ਵਜ਼ੀਰ ਬਣਾਉਂਦਾ, ਕੋਈ ਮੁਸਲਮਾਨ ਬਣਾਉਂਦਾ, ਕੋਈ ਹਿੰਦੂ ਬਣਾਉਂਦਾ, ਜਾਂ ਕਿਤੇ ਮੰਦਰ ਨੂੰ ਦਾਨ ਦਿੰਦਾ ਜਾਂ ਮਸਜਿਦ ਦੀ ਰੱਖਿਆ ਕਰਦਾ। ਉਹ ਤਾਂ ਉਸ ਵਿਰਸੇ ਦੇ ਵਿੱਚੋਂ ਕੁਝ ਇੱਕ ਹਿੱਸਾ ਜਿਹੜਾ ਉਸ ਨੂੰ ਕਾਇਮ ਕਰਦਾ ਕਿ ਅੱਜ ਮੈਂ ਰਾਜਾ ਬਣ ਗਿਆ। ਮੇਰਾ ਗੁਰੂ ਤਾਂ ਦਾਤਾ ਬਖਸ਼ਾਂ ਵਾਲਾ ਸੀ, ਪਰ ਉਹ ਇਹੋ ਜਿਹੇ ਦੁਨਿਆਵੀ ਰਾਜ ਤੋਂ ਉੱਤੇ ਸੀ। ਉਹਨੇ ਤਾਂ ਉਦੋਂ ਜਾਨ ਤੱਕ ਦੇ ਦਿੱਤੀ, ਸ਼ਹਾਦਤ ਤੱਕ ਦੇ ਦਿੱਤੀ। ਅੱਜ ਤਾਂ ਮੈਨੂੰ ਮੌਕਾ ਮਿਲਿਆ। ਅੱਜ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਲੈਬ ਦੇ ਵਿੱਚ ਜਿਹੜੀ ਉਹਨਾਂ ਨੇ ਪ੍ਰਯੋਗਸ਼ਾਲਾ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਸੀ, ਅੱਜ ਮੇਰਾ ਫਰਜ਼ ਹੈ ਕਿ ਅੱਜ ਮੈਨੂੰ ਰਾਜ ਮਿਲਿਆ, ਅੱਜ ਮੈਂ ਪ੍ਰੂਵ ਕਰਾਂ, ਤਾਂ ਕਿ ਦੁਨੀਆ ਦੇ ਇਤਿਹਾਸ 'ਚ ਕੱਲ੍ਹ ਨੂੰ ਕਦੇ ਸਿੱਖ ਰਾਜ ਦਾ ਕੋਈ ਪੰਨਾ ਉਲਟਾਏ ਇਹ ਨਾ ਕਹੇ ਕਿ ਧਰਮ ਆਧਾਰਿਤ ਕੱਟੜਪੰਥੀ ਰਾਜ ਹੈ। ਇਹ ਰਾਜ ਇਹੋ ਜਿਹਾ ਜਿਹੜਾ ਕਿ ਇੱਕ ਗਿਣਤੀ ਦੇ ਲੋਕਾਂ ਲਈ ਆ ਜਾਂ ਇੱਕ ਫਿਰਕੇ ਦੇ ਲੋਕਾਂ ਲਈ ਹੈ। ਮਹਾਰਾਜਾ ਰਣਜੀਤ ਸਿੰਘ ਨੇ ਉਸ ਗੱਲ ਨੂੰ ਲੈ ਕੇ ਪ੍ਰੂਵ ਕੀਤਾ, ਤੇ ਅੱਜ ਫਖਰ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਇਹ ਸ਼ਾਹ ਮੁਹੰਮਦ ਇੱਕ ਮੁਸਲਮਾਨ, ਪੱਕਾ ਮੁਸਲਮਾਨ, ਜਿਹੜਾ ਕਿ ਉਸ ਸਮੇਂ ਇਹ ਦੇਖਦਾ ਜਿਹੜੇ ਘੱਟ ਗਿਣਤੀ ਸਿੱਖ, ਹਿੰਦੂਆਂ ਤੋਂ ਵੀ ਘੱਟ, ਮੁਸਲਮਾਨਾਂ ਤੋਂ ਵੀ ਘੱਟ, ਬਹੁ ਗਿਣਤੀ ਲੋਕਾਂ ਦੇ ਉੱਪਰ ਕਿਰਦਾਰ ਦੇ ਨਾਲ ਰਾਜ ਕਰ ਰਹੇ ਆ। ਇਹ ਕਿਰਦਾਰ ਸੀ ਇਕੱਲਾ, ਮੁਸਲਮਾਨ ਵਾਧੂ, ਹਿੰਦੂ ਵਾਧੂ। ਤੇ ਜਦੋਂ ਸ਼ਾਹ ਮੁਹੰਮਦ ਇਹ ਕਹਿੰਦਾ ਨਾ ਕਿ ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਸੀ, ਕਦੇ ਨਹੀਂ ਸੀ ਤੀਸਰੀ ਜਾਤ ਆਈ, ਰਾਜੀ ਬਹੁਤ ਸਨ, ਹਿੰਦੂ ਮੁਸਲਮਾਨ ਰਹਿੰਦੇ, ਸਿਰ ਦੋਹਾਂ ਦੇ ਉੱਤੇ ਆਫਤ ਆਈ। ਉਹ ਇਹ ਕਹਿੰਦਾ ਕਿ ਆਹ ਜਿਹੜੇ ਹਿੰਦੂ ਜਾਂ ਮੁਸਲਮਾਨ ਆ, ਇੱਥੇ ਕੋਈ ਵਿਤਕਰਾ ਨਹੀਂ। ਇੱਕ ਸਮੇਂ ਦੌਰਾਨ ਇੱਕ ਲਹਿਰ ਚੱਲੀ ਸੀ ਛੋਟੇ ਜਿਹੇ ਲੈਵਲ 'ਤੇ, ਉਹ ਇੱਕ ਇਸਲਾਮੀਆ ਤੌਰ 'ਤੇ ਇੱਕ ਕੱਟੜ ਸੀ। ਉਹਨੇ ਕਿਹਾ ਕਿ ਲਾਹੌਰ ਦੇ ਵਿੱਚ ਜਿਹੜੀ ਤਾਕਤ ਦੇ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਨੂੰ, ਇਹ ਇਸਲਾਮ ਆ ਆਪਣਾ, ਇਹਦਾ ਵਿਰੋਧ ਕਰੋ। ਉਹਦਾ ਮੁਸਲਮਾਨਾਂ ਨੇ ਵਿਰੋਧ ਕੀਤਾ ਕਿ ਤੂੰ ਹੁੰਦਾ ਕੌਣ ਆ, ਇਹ ਤਾਂ ਸਾਡਾ ਰਾਜਾ, ਤੇ ਅਸੀਂ ਇਹਦੇ ਅਗੇਂਸਟ ਸਵਾਲ ਨਹੀਂ ਪੈਦਾ ਹੁੰਦਾ। ਇਸੇ ਕਾਰਨ ਸਾਰੀਆਂ ਤੋਪਾਂ ਮੁਸਲਮਾਨਾਂ ਦੇ ਹਵਾਲੇ। ਰਾਜਾ ਹੋਵੇ ਸਿੱਖ ਰਾਜ, ਨਾ ਉਹਦਾ ਸਿੱਖ ਰਾਜ, ਰਾਜ ਖਾਲਸਾ ਰਾਜ, ਤੋਪ 'ਚ ਸਾਰੇ ਮੁਸਲਮਾਨ, ਜਰਨੈਲ ਮੁਸਲਮਾਨ,
ਜਿੱਥੋਂ ਅਸਲਾ ਆਉਂਦਾ ਉਹਨਾਂ ਦੀ ਸੰਭਾਲ ਮੁਸਲਮਾਨ ਕਰ ਰਹੇ ਆ, ਫੌਜ ਦੇ ਵਿੱਚ ਜਰਨੈਲ ਹਰ ਕਿਸਮ ਦੇ। ਸੋ ਇਹਦਾ ਮਤਲਬ ਇਹ ਹੈ ਕਿ ਉਹ ਸਿੱਖ ਧਰਮ ਦਾ ਇੱਕ ਮਾਡਲ ਸੈੱਟ ਕਰ ਗਿਆ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਜਦੋਂ ਵੀ ਸਿੱਖਾਂ ਦਾ ਰਾਜ ਕਾਇਮ ਹੋਊ ਤਾਂ ਉਹਦਾ ਬੁਨਿਆਦੀ ਇਹ ਪੱਖ ਹੈ ਕਿ ਲੋਕਾਂ ਦੇ ਵਾਸਤੇ ਉੱਥੇ ਇੱਕ ਮਜ਼ਹਬ ਪ੍ਰਸਤੀ ਨਹੀਂ ਹੋਏਗੀ, ਸਰਬੱਤ ਦੇ ਭਲੇ ਦੀ ਗੱਲ ਹੋਏਗੀ। ਬਿਲਕੁਲ, ਇਹ ਜਿਹੜੀ ਇੱਕ ਖਾਸ ਕਿਸਮ ਦੀ ਧਾਰਮਿਕ ਕੱਟੜਤਾ ਆ, ਮੈਨੂੰ ਲੱਗਦਾ ਉਹਦੀ ਇਹ ਤੋਂ ਵੱਡੀ ਉਦਾਹਰਨ ਨਹੀਂ ਹੋ ਸਕਦੀ ਉਹਨੂੰ ਕਰਨ ਦੇ ਲਈ ਕਿ ਗੁਰੂ ਸਾਹਿਬ ਸਿੱਖ ਇਤਿਹਾਸ ਦੇ ਵਿੱਚ ਇੱਕ ਗੁਰੂ ਸਾਹਿਬ ਵੀ ਮੈਂ ਜਨੇਊ ਨਹੀਂ ਪਾਉਣਾ, ਮੈਂ ਇਹਦਾ ਵਿਰੋਧ ਕਰਦਾ, ਪਰ ਤੁਸੀਂ ਜਨੇਊ ਪਾ ਸਕੋ, ਇਹਦੇ ਲਈ ਅਸੀਂ ਸ਼ਹਾਦਤ ਵੀ ਦੇ ਸਕਦੇ। ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਔਰ ਉਹਦੇ ਨਾਲ ਜਿਹੜੇ ਬਾਹਰਲੇ ਦੇਸ਼ਾਂ ਤੋਂ ਜਰਨੈਲ ਸੀਗੇ ਜਿਨ੍ਹਾਂ ਦੀ ਅੱਜ ਤੱਕ ਜਿਹੜੀ ਖਾਸ ਤੌਰ 'ਤੇ ਚਰਚਾ ਚੱਲਦੀ ਉਹ ਵੀ ਸੀਗੀ, ਜਿਹੜਾ ਇੱਕ ਖਾਸ ਤੌਰ 'ਤੇ ਡਾਕਟਰ ਸਾਹਿਬ ਉਹਨਾਂ ਦੇ ਰਾਜ ਤੋਂ ਬਾਅਦ ਦੀ ਗੱਲ ਬਹੁਤ ਵਾਰੀ ਚੱਲਦੀ ਹੈ ਕਿ ਜਦੋਂ ਸ਼ਾਹ ਮੁਹੰਮਦ ਵੀ ਲਿਖਦਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ। ਇਹ ਕੀ ਸੀਗਾ ਵੀ ਉਹਨਾਂ ਕੋਲੇ ਉੱਤਰਾਧਿਕਾਰੀ ਨਹੀਂ? ਇੱਕ ਜਿਹੜਾ ਆਮ ਤੌਰ 'ਤੇ ਇੱਕ ਗੱਲ ਕਹਿ ਲਿੱਤੀ ਜਾਂਦੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਉੱਤਰਾਧਿਕਾਰੀ ਕੋਈ ਨਹੀਂ ਸੀ, ਜਾਂ ਉਹ ਸੰਕਲਪ ਜਿਹੜਾ ਸੀ ਉਹ ਟੁੱਟਿਆ ਕਿਸ ਤਰ੍ਹਾਂ? ਫਿਰ ਮਤਲਬ ਇੱਕ ਵਾਰੀ ਚੜ੍ਹਤ ਦੇ ਵਿੱਚ ਰਾਜ ਆ, ਉਹਦੇ ਤੋਂ ਬਾਅਦ ਉਹ ਸਾਰਾ ਖੇਰੂ ਕਿਵੇਂ ਹੋ ਗਿਆ? ਉਹਦੇ ਕੀ ਕਾਰਨ ਸੀ? ਸਭ ਤੋਂ ਵੱਡਾ ਕਾਰਨ ਤਾਂ ਇਹ ਸੀ ਕਿ ਕਿਸੇ ਨੂੰ ਯਕੀਨ ਨਹੀਂ ਸੀ ਕਿ 1762 ਦੇ ਵਿੱਚ ਦੂਜੇ ਘੱਲੂਘਾਰੇ ਵੇਲੇ ਜਿਹੜੀ ਅੱਧੀ ਕੌਮ ਖਤਮ ਕਰ ਦਿੱਤੀ ਜਾਵੇ, ਬਚੇ ਕੁਛ ਵੀ ਨਹੀਂ ਬਚੇ ਸੀਗੇ, ਤੇ ਉਹ ਕੌਮ ਕਦੇ ਐਡਾ ਵੱਡਾ ਸਲਤਨਤ ਕਾਇਮ ਕਰ ਲੂ ਜੀ। 1762 ਤੋਂ ਲੈ ਕੇ 1780 ਤੋਂ ਬਾਅਦ ਸਫ਼ਰ ਜਿਵੇਂ ਸ਼ੁਰੂ ਹੋਇਆ ਜੀ। ਅਸਲ 'ਚ ਇਹ ਗੱਲ ਕਹਿਣੀ ਕਿ ਮਹਾਰਾਜਾ ਰਣਜੀਤ ਸਿੰਘ ਉੱਤਰਾਧਿਕਾਰੀ ਪੈਦਾ ਨਹੀਂ ਕਰ ਸਕਿਆ ਜਾਂ ਉਹਦੀ ਨੀਤੀ 'ਤੇ ਸਵਾਲ ਕਰਨਾ ਬਿਲਕੁਲ ਠੀਕ ਹੈ, ਆਲੋਚਨਾਤਮਕ ਤੌਰ 'ਤੇ ਅਸੀਂ ਸਵਾਲ ਕਰਨਾ ਜਾਇਜ਼ ਹੈ, ਲੇਕਿਨ ਇਹ ਦੇਖੋ ਕਿ ਉਹ ਨੀਤੀ ਹੀ ਸੀ ਜਿਹਨੇ ਕਾਬਲ ਕੰਧਾਰ ਤੱਕ ਜਿੱਤ ਲਿਆ, ਉਹ ਨੀਤੀ ਹੀ ਸੀ ਜਿਹਨੇ ਕਸ਼ਮੀਰ ਤੋਂ ਲੈ ਕੇ ਜਿੱਤਾਂ ਹਾਸਲ ਕਰ ਲਈਆਂ, ਉਹ ਨੀਤੀ ਹੀ ਸੀ ਲੇਹ ਲਦਾਖ ਜਿੱਥੇ ਅੱਜ ਰੋਂਦੇ ਆ ਪਿੱਟਦੇ ਆ, ਲੜਾਈ ਲੱਗ ਰਹੀ ਹੈ ਕਿ ਸਾਡਾ ਇਲਾਕਾ ਦੱਬਿਆ ਹੋਇਆ, ਉਹ ਚੀਨ ਦਾ ਉਹ ਇਲਾਕਾ ਜਿਹੜਾ ਉਹਦੇ ਕੋਲ ਆ, ਅੱਜ ਜਦੋਂ ਟੇਬਲਾਂ 'ਤੇ ਬੈਠ ਕੇ ਗੱਲ ਕਰਦੇ ਆ ਤੇ ਆਵਾਜ਼ ਇਹ ਆਉਂਦੀ ਆ ਭਾਈ ਇਹ ਤੁਹਾਡਾ ਨਹੀਂ, ਇਹ ਖਾਲਸਾ ਰਾਜ ਦਾ, ਜੇ ਕਦੇ ਇਹਦਾ ਸਮਝੌਤਾ ਕਰਾਂਗੇ ਗੱਲ ਕਰਾਂਗੇ, ਜਿੱਦਣ ਉਹ ਆਉਣਗੇ ਉਹਨਾਂ ਤੋਂ ਅਸੀਂ ਲਿਆ ਤੇ ਉਹਨਾਂ ਦੇ ਨਾਲ ਗੱਲ ਕਰਾਂਗੇ। ਮਹਾਰਾਜਾ ਰਣਜੀਤ ਸਿੰਘ ਦੀ ਨੀਤੀ ਦਾ ਨਤੀਜਾ ਹੀ ਸੀ। ਹੁਣ ਜਿਹੜੇ ਬੰਦੇ ਕਹਿੰਦੇ ਉਹ ਤਾਂ ਨੀਤੀਵਾਨ ਕਿਤੇ ਉੱਤਰਾਧਿਕਾਰੀ ਪੈਦਾ ਨਹੀਂ, ਬਈ ਤੁਸੀਂ ਤਾਂ ਬਹੁਤ ਕਮਾਲ ਕਰਤੀ, ਉਹ ਨੀਤੀ ਦਾ ਨਤੀਜਾ ਸੀ। ਇੱਕ ਛੋਟੇ ਜਿਹੇ ਪੰਜਾਬ ਦੇ ਕੁਝ ਹਿੱਸੇ ਤੋਂ ਲੈ ਕੇ ਪੂਰਾ ਵਗੜ ਲਿਆ। ਪਰ ਹੁਣ ਤੁਸੀਂ ਦੇਖੋ ਜਿਹੜੀ ਈਸਟ ਇੰਡੀਆ ਕੰਪਨੀ ਦੇ ਰਾਹੀਂ ਭਾਰਤ 'ਚ ਦਖਲ ਦੇਣ ਵਾਲੇ 17ਵੀਂ 18ਵੀਂ ਸਦੀ ਦੇ ਵਿੱਚ ਅੰਗਰੇਜ਼ ਆਏ, ਜਿਨ੍ਹਾਂ ਨੇ 1757 ਦੇ ਵਿੱਚ 1857 ਚੋਂ 100 ਸਾਲ ਪਹਿਲਾਂ ਪਲਾਸੀ ਦੀ ਲੜਾਈ ਰਾਹੀਂ ਜਿੱਤ ਕੇ ਹਾਸਲ ਕਰ ਲਿਆ ਸੀ ਕਿ ਸਾਡੀ ਤਾਕਤ ਕਿੰਨੀ ਹੈ। 1857 ਤੱਕ ਦਿੱਲੀ ਤੱਕ ਆਪਣਾ ਧਾਂਕ ਜਮਾ ਲਈ ਸੀ, ਤਹਿਸ ਨਹਿਸ ਕਰ ਦਿੱਤਾ। ਉਹ ਕਿਤੇ ਚੁੱਪ ਬੈਠੇ ਸੀ, ਉਹ ਨੀਤੀਵਾਨ ਨਹੀਂ ਸੀ, ਉਹਨਾਂ ਦੇ ਕੋਲ ਤਾਕਤ ਦੀ ਘਾਟ ਸੀ, ਉਹਨਾਂ ਕੋਲ ਅਸਲੇ ਦੀ ਘਾਟ ਸੀ, ਉਹਨਾਂ ਕੋਲੇ ਗਿਆਨ ਦੀ ਘਾਟ ਸੀ। ਇੱਕ ਦੇਸੀ ਰਿਆਸਤਾਂ ਦੇ ਵਿੱਚੋਂ ਇੱਕ ਰਾਜਾ ਉੱਥੇ ਪਹੁੰਚ ਜਾਣਾ, ਉਹਨਾਂ ਦੇ ਆਪਣੇ ਕਿਸ ਹਿਸਾਬ ਦੇ ਤਿਆਰੀਆਂ ਹੋਣਗੀਆਂ। ਦੂਜੀ ਗੱਲ, ਮਹਾਰਾਜਾ ਰਣਜੀਤ ਸਿੰਘ ਇੱਕ ਪਾਸੇ, ਪਟਿਆਲੇ ਵਾਲਾ ਰਾਜਾ ਉਹਦੇ ਉਲਟ, ਪੰਜਾਬ ਦੀਆਂ ਰਿਆਸਤਾਂ ਵਾਲੇ ਜਿਹੜੇ ਉਸ ਕਿਸਮ ਦੇ ਸਨ ਜਿਨ੍ਹਾਂ ਨੂੰ ਇਹ ਸੀ ਕਿ ਸਾਡੀ ਜਿਹੜੀ ਰਿਆਸਤ ਹੈ ਜਿਹੜੀ ਅਸੀਂ ਅੰਗਰੇਜ਼ਾਂ ਨਾਲ ਸਮਝੌਤਾ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਿਕਾਰ ਬਣਾਉਣਾ, ਉਹ ਸਾਰੇ ਦੇ ਸਾਰੇ ਉਹਦੇ ਨਾਲ ਜੁੜ ਗਏ। ਸਾਰੇ ਭਾਰਤ ਤੇ ਪਹਿਲਾਂ ਕਬਜ਼ਾ ਕਰ ਚੁੱਕੇ ਆ ਸਾਰੇ। ਇਹ ਤੇ ਕਮਾਲ ਦੀ ਗੱਲ ਹੈ ਕਿ ਉਹ ਅੰਗਰੇਜ਼ਾਂ ਨਾਲ ਮਿਲ ਕੇ ਚੱਲੇ। 1857 ਵਾਲੀ ਗੱਲ ਜਿਹੜੀ ਬਾਅਦ 'ਚ ਹੋਈ ਹੈ ਉਹਦੇ ਵਿੱਚ ਵੀ ਉਹ ਨਾਲ ਸਨ। ਸਿੱਖ ਫੌਜਾਂ ਤੇ ਐਵੇਂ ਦੋਸ਼ ਦਿੱਤਾ ਜਾਂਦਾ, ਜਿਹੜੇ ਨਾਲ ਦੇਣ ਵਾਲੇ ਸਨ ਫਿਰ ਇਹੀ ਪਟਿਆਲੇ ਵਾਲੇ ਤੇ ਆੜੇ ਦੂਜੇ ਸੀ, ਉਹਨਾਂ ਦੇ ਸਾਥੀ ਸੀ, ਉਹੀ ਸਨ। ਐਵੇਂ ਕਹਿ ਦੇਣਾ ਉਹ ਵੀ 1857 ਸਿੱਖਾਂ ਦੇ ਮੱਥੇ ਕਲੰਕ ਲਾਉਣ ਵਾਲੀ ਗੱਲ ਹੈ ਜੀ। ਸਿੱਖ ਸਾਰੇ ਕਿਹੜੀਆਂ ਫੌਜਾਂ ਸਨ? ਉਹੀ ਫੌਜਾਂ ਸਨ ਜਿਹੜੀਆਂ ਮਹਾਰਾਜੇ ਦੇ ਖਿਲਾਫ ਲੜੀਆਂ, ਮਹਾਰਾਜੇ ਦੇ ਮੌਤ ਤੋਂ ਬਾਅਦ ਉਹਦੀਆਂ ਫੌਜਾਂ ਦੇ ਖਿਲਾਫ ਲੜੀਆਂ, ਅੰਗਰੇਜ਼ਾਂ ਨਾਲ ਮਿਲ ਕੇ ਲੜੀਆਂ। ਪਰ ਗੱਦਾਰ ਕਿਤੇ ਵੀ ਪੈਦਾ ਹੋ ਸਕਦੇ। ਗੱਦਾਰ ਤਾਂ ਅੱਜ ਮਿੱਥ ਹੈ, ਅਸੀਂ ਕਹਿੰਦੇ ਹਾਂ ਮਿੱਥ ਹੈ, ਚਲੋ ਉਸ ਮਿੱਥ ਨੂੰ ਜੇ ਕਹਿ ਸਕਦੇ ਹਾਂ ਅਸੀਂ ਕਿ ਘਰ ਦਾ ਭੇਤੀ ਲੰਕਾ ਢਾਏ, ਅੱਜ ਤਾਂ ਕਹੀ ਜਾਂਦੇ ਨੇ, ਪਤਾ ਨਹੀਂ ਕੀ ਹੋਇਆ ਜਾਂ ਨਹੀਂ ਹੋਇਆ, ਬਟ ਇਹ ਤਾਂ ਫੈਕਟ ਹੈ ਕਿ ਹਰ ਥਾਂ 'ਤੇ ਚੱਲਦਾ। ਸੋ ਚਾਹੇ ਉਹ ਖੜਕ ਸਿੰਘ ਸੀ, ਸ਼ੇਰ ਸਿੰਘ ਸੀ, ਬਹਾਦਰੀ ਉਹਨਾਂ 'ਚ ਵੀ ਸੀ, ਉਹਨਾਂ ਤੋਂ ਇਲਾਵਾ ਪਿਸ਼ੌਰਾ ਸਿੰਘ ਸੀ, ਮੁਲਤਾਨਾ ਸਿੰਘ ਸੀ, ਕਸ਼ਮੀਰਾ ਸਿੰਘ ਸੀ, ਪੁੱਤਰ ਇਹਨਾਂ ਦੇ ਸਨ। ਉਸ ਤੋਂ ਬਾਅਦ ਕੰਵਰ ਜਿਹੜੇ ਬਾਅਦ ਦੇ ਵਿੱਚ ਆਏ, ਦਲੀਪ ਸਿੰਘ। ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਜਿੰਨਾ ਸਮਾਂ ਸੀ ਉਮਰ ਦਾ, ਜਿੰਨਾ ਸੰਘਰਸ਼ ਦਾ ਸਮਾਂ ਸੀ, ਜਿੰਨੀਆਂ ਉਹਨਾਂ ਨੇ ਮੁਹਿੰਮਾਂ ਸ਼ੁਰੂ ਕਰ ਲਈਆਂ, ਉਹ ਐਡੇ ਵੱਡੇ ਕੰਮ ਵਿੱਢ ਲਏ ਕਿ
ਦੁਨੀਆ ਭਰ ਦੇ ਵਿੱਚ ਉਹਨਾਂ ਨੇ ਫਲਾ ਕਰ ਲਿਆ, ਪਰ ਉੱਥੇ ਪੰਜਾਬ ਦੇ ਵਿੱਚ ਜਿਹੜਾ ਸੋਲਿਡ ਉਸ ਕਿਸਮ ਦਾ ਇੱਕ ਐਡਮਿਨਿਸਟ੍ਰੇਸ਼ਨ ਜਿਹਨੂੰ ਕਹਿੰਦੇ ਕਾਇਮ ਕਰਨ ਦੇ ਵਿੱਚ ਲਗਾਤਾਰ ਕੁਝ ਸਦੀਆਂ ਦਾ ਉਲੀਕ ਜਾਂਦੇ, ਉਹ ਨਹੀਂ ਹੋਇਆ। ਪਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ। ਤੁਸੀਂ ਕਿਸੇ ਵੀ ਦੁਨੀਆ ਦੇ ਵੱਡੇ ਜਿਹੜੇ ਅੱਜ ਅਸੀਂ ਕਹਿੰਦੇ ਹਾਂ 5 ਗ੍ਰੇਟਸ ਲੈ ਲਓ, ਮੈਂ ਅੱਜ ਸਭ ਤੋਂ ਜ਼ਿਆਦਾ ਜਿਹੜੇ ਦੁਨੀਆ 'ਚ ਮਸ਼ਹੂਰ ਦੀ ਗੱਲ ਕਰਦਾ, ਅਲੈਗਜ਼ੈਂਡਰ ਦੀ ਗੱਲ ਕਰਦਾ, ਸਿਕੰਦਰ ਨੂੰ ਬਹੁਤ ਮੰਨਦੇ ਆ। ਮੈਂ ਦੱਸੋ ਸਿਕੰਦਰ ਦੀ ਕਿੱਥੇ ਗਈ ਵਿਰਾਸਤ ਜੀ? ਉਸ ਤੋਂ ਬਾਅਦ ਉਹਦਾ ਉੱਤਰਾਧਿਕਾਰੀ ਕਿੱਥੇ ਸੀ, ਕੀ ਬਣਿਆ, ਮੁੜ ਕੇ ਕੀ ਹਾਲ ਹੋਇਆ, ਤੇ ਬਾਅਦ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਹੋਰ ਲੈ ਲਓ, ਨੈਪੋਲੀਅਨ ਦੀ ਲੈ ਲਓ, ਕਿਹਨੂੰ। ਸੋ ਐਸੀ ਗੱਲ ਨਹੀਂ ਹੈ, ਪਰ ਹਾਂ ਇੰਨਾ ਜ਼ਰੂਰ ਹੈ ਕਿ 10 ਸਾਲ ਤੱਕ ਵੀ ਮਹਾਰਾਜੇ ਦੇ ਜਾਣ ਤੋਂ ਬਾਅਦ ਵੀ ਉਹਦੀਆਂ ਫੌਜਾਂ, ਉਹਨਾਂ ਦੇ ਦਿਲਾਂ ਦੇ ਵਿੱਚ ਮਹਾਰਾਜਾ ਵਸਿਆ ਹੋਇਆ ਸੀ, ਨਿਰਗੁਣ ਰੂਪ ਦੇ ਵਿੱਚ ਅੰਦਰ ਸੀ। ਤਾਂ ਹੀ ਉਹਨਾਂ ਨੇ ਕਿਹਾ ਕਿ 10 ਸਾਲ ਬਾਅਦ ਜਿੱਦਣ ਉਹ ਅੰਗਰੇਜ਼ ਫੌਜ ਦੇ ਨਾਲ ਲੜਦੇ ਆਖਰੀ ਲੜਾਈ 'ਚ ਹਾਰੇ, ਉਦਣ ਚਿਤਾ ਕੋਲ ਉਹਨੇ ਕਿਹਾ ਜਾ ਕੇ ਅੱਜ ਰਣਜੀਤ ਸਿੰਘ ਮੋਇਆ। 10 ਸਾਲ ਰਣਜੀਤ ਸਿੰਘ ਦੀ ਮੜੀ ਨੇ ਰਾਜ ਕੀਤਾ। ਇਹ ਲਫ਼ਜ਼ ਐਵੇਂ ਨਹੀਂ ਕਹੇ ਜਾਂਦੇ, ਇਹ ਉਹਨਾਂ ਦੇ ਖੂਨ ਦੇ ਵਿੱਚ ਸੀ ਕਿ ਸਾਡਾ ਸ਼ੇਰੇ ਪੰਜਾਬ ਸੀ। ਇਹ ਪਿਆਰ ਜਿਹੜਾ ਸੀ ਉਹਨਾਂ ਦੇ ਅੰਦਰ ਸੀ। ਸੋ ਇਹ ਜ਼ਰੂਰ ਸੀ ਕਿ ਉਹਨਾਂ ਦੇ ਖਿਲਾਫ ਸਾਰੀਆਂ ਤਾਕਤਾਂ ਇਕੱਠੀਆਂ ਹੋ ਗਈਆਂ, ਜਿਸ ਕਾਰਨ ਇਹ ਚੁਣੌਤੀ ਆਈ। ਵਰਨਾ ਰਾਜੇ ਦੀ ਨੀਤੀ ਘਾੜੇ ਦੇ ਤੌਰ 'ਤੇ ਆਲੋਚਨਾ, ਉਹ ਵੀ ਮੈਂ ਇੱਥੇ ਫਿਰ ਗੱਲ ਕਰਦਾ, ਆਲੋਚਨਾ ਕਰਨ ਵਾਲੇ ਕੁਝ ਇਤਿਹਾਸਕਾਰ ਕਿਹਨਾਂ ਨੂੰ ਚੁੱਕਦੇ ਨੇ, ਕਿਹਨਾਂ ਨੂੰ ਚੁੱਕਦੇ ਨੇ? ਉਹਨਾਂ ਪੱਛਮੀ ਇਤਿਹਾਸਕਾਰਾਂ ਨੂੰ ਜਿਹੜੇ ਅੰਗਰੇਜ਼ਾਂ ਦੇ ਨਾਲ ਆਏ, ਜਿਹੜੇ ਅੰਗਰੇਜ਼ਾਂ ਨੇ ਲਿਆਂਦੇ ਆਪਣੇ ਇਤਿਹਾਸ ਲਿਖਣ ਲਈ, ਉਹ ਤੁਹਾਡਾ ਇਤਿਹਾਸ ਲਿਖ ਰਹੇ ਨੇ। ਤੇ ਸਾਡੇ, ਮੈਂ ਇੱਕ ਦਿਨ ਬਲਦੇਵ ਸੜਕਨਾਮਾ ਦਾ ਪੜ੍ਹਾ, ਉਹ ਟਿੱਪਣੀ ਕਰੇ, ਗ੍ਰਿਫਨ ਪੜ੍ਹ, ਆਹ ਫਲਾਨਾ ਪੜ੍ਹ, ਲਤੀਫ ਪੜ੍ਹ। ਮੈਂ ਕਿਹਾ ਵੀ ਭਾਈ ਤੂੰ ਪੜ੍ਹਿਆ ਲਤੀਫ? ਪਹਿਲਾਂ ਨਾਵਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਟਿੱਪਣੀ ਕਰਨ ਤੋਂ, ਕਿ ਰਣਜੀਤ ਸਿੰਘ ਦੀ ਅਸਲੀਅਤ ਨੂੰ ਬਿਆਨ ਕਰਨ ਲਈ, ਉਹਦੇ 'ਤੇ ਦੋਸ਼ ਲਾਉਣ ਲਈ ਇਹ ਗੱਲ ਕਹਿਣੀ। ਮੈਂ ਪੜ੍ਹਿਆ, ਜਿੱਦਣ ਲਤੀਫ ਦੀ ਕਿਤਾਬ ਪੜ੍ਹੀ ਤਾਂ ਪਹਿਲਾ ਪੇਜ ਹੀ ਖੋਲ੍ਹਿਆ ਤੇ ਉੱਤੇ ਲਿਖਿਆ ਸੀ ਵਿਕਟੋਰੀਆ ਦੀ ਰਾਣੀ, ਬ੍ਰਿਟਿਸ਼ ਐਮਪਾਇਰ, ਉਹਨਾਂ ਦਾ ਸਾਰਿਆਂ ਦਾ, ਉਹ ਸਲਤਨਤ ਦਾ ਮੈਂ ਦਾਸ ਹਾਂ। ਪਹਿਲਾ ਪੇਜ ਆ ਇਤਿਹਾਸ ਮੁਹੰਮਦ ਲਤੀਫ ਦਾ ਲਿਖਿਆ ਹੋਇਆ। ਗ੍ਰਿਫਨ ਨੂੰ ਪੜ੍ਹ, ਜਿਹੜੇ ਨਾਲ ਆ ਰਹੇ ਆ ਅੰਗਰੇਜ਼ਾਂ ਦੇ, ਉਹ ਤੁਹਾਡਾ ਇਤਿਹਾਸ ਸਹੀ ਕਿਉਂ ਲਿਖਣਗੇ? ਉਹਨਾਂ ਨੇ ਉਹ ਚੀਜ਼ਾਂ ਬਿਆਨ ਕਰਨੀਆਂ ਜਿਹੜੀਆਂ ਅਲਟੀਮੇਟ ਇਹ ਸਾਬਤ ਕਰਨ ਕਿ ਰਣਜੀਤ ਸਿੰਘ ਇਹਨਾਂ ਰਾਜ ਸਾਬਤ ਕਰਦਾ ਹੋਇਆ ਵੀ ਫਿਰ ਵੀ ਮਾੜਾ ਸੀ। ਉਹ ਤਾਂ ਕੋਈ ਕਹਿ ਨਹੀਂ ਸਕਦਾ ਵੀ ਰਾਜ ਉਹਦਾ ਐਡਾ ਵੱਡਾ ਸੀ, ਕਿਵੇਂ ਕਰਾਂਗੇ? ਫਿਰ ਤਾਂ ਉਹ ਤਾਂ ਸੱਚ ਹੈ, ਕੰਧ 'ਤੇ ਲਿਖਿਆ ਸੱਚ ਹੈ। ਅੱਜ ਵੀ ਨਕਸ਼ਾ ਦੇਖੋ ਉਸ ਮਹਾਰਾਜਾ ਰਣਜੀਤ ਸਿੰਘ ਦਾ, ਜਿੱਥੇ ਲਿਖਿਆ 1799 ਤੋਂ 1849 ਤੱਕ, ਉਹ ਦੇਖੋ ਕਿੱਡਾ ਵੱਡਾ। ਉਹ ਤਾਂ ਰੋਕ ਨਹੀਂ ਸਕਦੇ। ਹੁਣ ਤਰੀਕਾ ਇੱਕੋ ਹੀ ਹੈ ਕਿ ਉਹਦੇ ਨਾਲ ਕਹਾਣੀਆਂ ਜੋੜ ਦਿਓ, ਉਹਨੂੰ ਨੀਤੀ ਘਾੜੇ ਦੇ ਤੌਰ 'ਤੇ ਮਾੜਾ ਕਹਿ ਦਿਓ, ਜਾਂ ਕੁਛ ਹੋਰ ਇਸ ਤਰ੍ਹਾਂ ਦਾ ਪ੍ਰਚਾਰ ਕਰ ਦਿਓ। ਡਾਕਟਰ ਸਾਹਿਬ, ਜਦੋਂ ਅਸੀਂ ਲੇਖਕਾਂ ਦੀ ਗੱਲ ਕਰਦੇ ਹਾਂ, ਵੀ ਲੇਖਕ ਸੱਚਮੁੱਚ ਜਿਹੜਾ ਉਸ ਵੇਲੇ ਦੇ ਹਾਲ ਨੂੰ ਬਿਆਨਦੇ ਵੀ ਹੈ, ਚਾਹੇ ਉਹ ਲਿਟਰੇਚਰ ਹੋਵੇ ਜਾਂ ਇਤਿਹਾਸ ਨਾ ਵੀ ਹੋਵੇ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਬਾਰੇ ਗੱਲ ਕਰਨ ਦੇ ਵੇਲੇ ਜੇ ਤੁਸੀਂ ਸ਼ਾਹ ਮੁਹੰਮਦ ਦੇ ਜੰਗਨਾਮਾ ਸ਼ਾਹ ਮੁਹੰਮਦ ਦਾ ਜ਼ਿਕਰ ਨਹੀਂ ਕਰਦੇ ਤਾਂ ਸ਼ਾਇਦ ਗੱਲ ਅਧੂਰੀ ਰਹਿੰਦੀ ਹੈ। ਇਹ ਜਿਹੜੀ ਇੱਕ ਸਾਹਿਤਕ ਕਿਰਤ ਆ, ਇਹਦੇ ਬਾਰੇ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ। ਵੀ ਉਹ ਲੜਾਈ ਹੋ ਰਹੀ ਆ ਅੰਗਰੇਜ਼ਾਂ ਤੇ ਸਿੰਘਾਂ ਦੇ ਵਿੱਚ, ਸਿੰਘ ਹਾਰ ਜਾਂਦੇ ਆ, ਪਰ ਜਿਹੜਾ ਲੇਖਕ ਆ ਉਹ ਫਿਰ ਵੀ ਹਮਦਰਦੀ ਜਿਹੜੀ ਆ ਇਸ ਉਹਨਾਂ ਦੇ ਨਾਲ ਰੱਖ ਰਿਹਾ, ਸਿੰਘਾਂ ਦੇ ਨਾਲ, ਤੇ ਕਹਿ ਰਿਹਾ ਕਿ ਸ਼ਾਹ ਮੁਹੰਮਦ ਆ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਵੀ ਇੱਕ ਜਿਹੜੀ ਇਤਿਹਾਸ ਦੇ ਵਿੱਚ ਬਹੁਤ ਉੱਤਮ ਕਿਸਮ ਦੀ ਸਾਹਿਤਕ ਕਿਰਤ ਬਣ ਜਾਂਦੀ ਹੈ। ਜੰਗਨਾਮਾ ਸ਼ਾਹ ਮੁਹੰਮਦ, ਜੰਗਨਾਮਾ ਸਿੰਘਾਂ ਤੇ ਫਰੰਗੀਆਂ ਜਾਂ ਵਾਰ ਸ਼ਾਹ ਮੁਹੰਮਦ, ਜੋ ਵੀ ਕਹਿੰਦੇ ਹਨ, ਇਹਦਾ ਥੋੜ੍ਹਾ ਜਿਹਾ ਸਾਨੂੰ ਜਾਣਕਾਰੀ ਦਿਓ ਜੀ। ਦਰਅਸਲ ਇਸ ਨੂੰ ਕਈ ਨਾਂ ਦਿੱਤੇ ਜਾਂਦੇ ਨੇ, ਪਰ ਇਹ ਬਹੁਤ ਮਸ਼ਹੂਰ ਕਿਰਤ ਹੈ। ਇਸ ਦੇ ਵਿੱਚ ਅਖੀਰ 'ਤੇ ਜਾ ਕੇ ਉਹ ਫਤਿਹ ਵੀ ਸਾਂਝੀ ਕਰਦਾ ਸ਼ਾਹ ਮੁਹੰਮਦ। ਉਸ ਦੇ ਅੰਦਰ ਲੱਗਦਾ ਕਿ ਉਹਦਾ ਪਿਆਰ ਜਿਹੜਾ ਪੰਜਾਬ ਪ੍ਰਤੀ, ਸਿੱਖਾਂ ਪ੍ਰਤੀ, ਆਪਣੀ ਧਰਤੀ ਪ੍ਰਤੀ, ਕਿਉਂਕਿ ਧਰਤੀ ਦੇ ਵਿੱਚ ਉੱਥੇ ਮੁਸਲਮਾਨ ਸਿੱਖ ਸਾਰੇ ਸਨ। ਉਹ ਲੇਖਕ ਜਿਹਦਾ ਧਰਮ ਵੀ ਉਹ ਨਹੀਂ ਧਰਮ ਹੈ। ਸੋ ਸਭ ਤੋਂ ਵੱਡਾ ਪ੍ਰਮਾਣ ਇਹ ਗੱਲ ਦਾ, ਇਸ ਕਰਕੇ ਹੋਰ ਵੀ ਬਿਹਤਰ ਇਹ ਗੱਲ ਹੈ ਕਿ ਜੇਕਰ ਕੋਈ ਸਿੱਖ ਲੇਖਕ ਲਿਖਦਾ ਤਾਂ ਸ਼ਾਇਦ ਇਉਂ ਕਹਿ ਸਕਦੇ ਸੀ ਕਿ ਓਪੀਨੀਅਨ ਬਾਇਸਡ ਹੈ, ਜਾਂ ਇੱਕ ਪੱਖੀ ਆ, ਜਾਂ ਇੱਕ ਪਾਸੜ ਆ। ਸ਼ਾਹ ਮੁਹੰਮਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਬਾਅਦ ਦੇ ਦੁੱਖ ਨੂੰ ਬਿਆਨ ਕਰਦਾ ਤਾਂ ਉਹ ਦੇਖਦਾ ਕਿ ਜਿਹੜਾ ਵਿਰਸਾ ਇਹੋ ਜਿਹਾ ਸੀ, ਜਿਹੜੇ ਵਿਰਸੇ ਦੇ ਵਿੱਚ ਇਹ ਨਹੀਂ ਸੀ ਕਿ ਤੂੰ ਇਹ ਹਿੰਦੂ ਆ ਇਸ ਕਰਕੇ ਮਾੜਾ, ਤੂੰ ਇਹ ਮੁਸਲਮਾਨ ਆ ਤੂੰ ਇਸ ਕਰਕੇ ਮਾੜਾ। ਜਿਹੜੇ ਵਿਰਾਸਤ ਦੇ ਵਿੱਚ ਦੋਨਾਂ ਦੀ ਸਾਂਝ ਇਹੋ ਜਿਹੀ ਸੀ, ਜਿਹੜੇ ਇੱਕ ਦੂਜੇ ਨਾਲ ਗਲਵਕੜੀਆਂ ਪਾ ਕੇ ਰਹਿੰਦੇ ਸੀ। ਯਾਰ ਉੱਥੇ ਇਹ ਕੌਣ ਆ ਗਏ ਲੋਕ ਧੱਕਾ ਕਰਨ? ਉਹਦੀ ਐਵੇਂ ਨਹੀਂ ਗੱਲ, ਉਹ ਸਿਰ ਦੋਹਾਂ ਦੇ ਉੱਤੇ ਆਫਾਤ ਆਈ। ਉਹਨੂੰ ਜਿਸ ਆਫਾਤ ਦੀ ਗੱਲ ਕਰਦਾ ਉਹ ਬਹੁਤ ਡੂੰਘੀ ਗੱਲ ਕਰ ਰਿਹਾ। ਉਦੋਂ ਹੀ ਦਿਸ ਪਈ ਸੀ ਉਹ ਪਹਿਲੀ ਲੈਣ, ਜਦੋਂ ਜੰਗਨਾਮਾ ਸ਼ੁਰੂ ਕਰਦੇ ਆ ਉੱਥੇ ਜਦੋਂ ਕਹਿੰਦਾ ਨਾ, ਉਹ ਉਸ ਆਫਤ ਦੇ ਕਾਰਨ, ਉਸ ਸੰਕਟ ਦੇ ਕਾਰਨ ਉਹ ਦਰਦ ਬਿਆਨ ਕਰਦਾ। ਹੁਣ ਉੱਥੇ ਹੀ ਉਹਦਾ ਦਰਦ ਸ਼ੁਰੂ ਹੋ ਜਾਂਦਾ। ਆਪਣੀ ਧਰਤੀ ਦੇ ਲੋਕ
ਫਸਲਾਂ ਪੈਦਾ ਕਰਦੇ, ਆਪਣਾ ਇੱਕ ਰਾਜ ਕਾਇਮ ਕੀਤਾ, ਮਿਲ ਜੁਲ ਕੇ ਭਾਈਚਾਰੇ ਦੇ ਤੌਰ ਤੇ ਰਹਿੰਦੇ। ਆਹ ਕੌਣ ਆ ਗਏ ਇਹਨਾਂ ਨੂੰ ਮਾਰਨ ਕੁੱਟਣ? ਉੱਥੋਂ ਉਹਦਾ ਦਰਦ ਸ਼ੁਰੂ ਹੋ ਜਾਂਦਾ ਉਹਨਾਂ ਧਿਰਾਂ ਦੇ ਨਾਲ ਜਿਹੜੀਆਂ ਵਿਕਟਮ ਨੇ, ਪੀੜਤ ਨੇ, ਬਾਗੀ ਨੇ, ਆਪਣੀ ਧਰਤੀ ਲਈ ਲੜ ਰਹੀਆਂ ਨੇ, ਆਪਣੇ ਲੋਕਾਂ ਲਈ ਲੜ ਰਹੀਆਂ ਨੇ, ਕੋਈ ਹੋਰ ਧਰਤੀ ਦੇ ਕਾਬਜ਼ ਹੋਣ ਲਈ ਨਹੀਂ। ਅੰਗਰੇਜ਼ਾਂ ਦੀ ਪਹੁੰਚ ਕੀ ਹੈ ਕਿ ਸਾਰਾ ਦੇਸ਼ ਲੁੱਟ ਲਿਆ, ਹੁਣ ਕੱਲਾ ਆਹ ਰਹਿ ਗਿਆ, ਇਹਨੂੰ ਖਤਮ ਕਰੋ। ਇਹਨਾਂ ਦਾ ਇਹ ਹੈ ਕਿ ਇਸ ਨੂੰ ਕਾਇਮ ਰੱਖਣਾ। ਬਿਲਕੁਲ ਸੰਘਰਸ਼ ਦੇ ਵਿੱਚ ਫਿਰ ਉਹ ਨਾਲ ਬਿਆਨ ਕਰਦਾ। ਸ਼ਾਹ ਮੁਹੰਮਦ ਦੀ ਕਿਰਤ ਐਸੀ ਮਿਸਾਲ ਹੈ, ਮੈਂ ਕਹਿੰਦਾ ਵੀ ਸ਼ਾਹ ਮੁਹੰਮਦ ਦੇ ਨਾਲ ਸਾਡੇ ਲੇਖਕਾਂ, ਸਾਡੇ ਸਾਹਿਤਕਾਰਾਂ ਜਾਂ ਸਾਡੀਆਂ ਸਰਕਾਰਾਂ, ਉਹਨਾਂ ਨੇ ਵੀ ਧੱਕਾ ਕੀਤਾ। ਉਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਤਾਂ ਕਰਨਾ ਸੀ। ਇਸ ਦਾ ਮੈਂ ਸਾਹਿਤਕਾਰ ਆਲੋਚਕਾਂ ਨੇ ਕਿਵੇਂ ਮੈਂ ਤੁਹਾਨੂੰ ਇਸ ਦਾ ਸਭ ਤੋਂ ਵੱਡਾ ਉਦਾਹਰਨ ਦਿੰਦਾ ਜੀ। ਯਕੀਨ ਮੰਨੋ ਕਿ ਇਸ ਤੋਂ ਪਹਿਲਾਂ ਇੱਕ ਗੱਲ ਸ਼ਾਹ ਮੁਹੰਮਦ ਦੀ ਕਿਸੇ ਦੀ, ਜਦੋਂ ਉਹ ਕਹਿੰਦਾ ਹੈ ਨਾ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਨੂੰ ਨਿਚੋੜ ਦਿੱਤੇ। ਇਹ ਚੀਜ਼ ਹੈ। ਇੱਕ ਸਿਰਫ ਉਹ ਨਿੰਬੂ ਨਿਚੋੜਨ ਵਾਲੀ ਗੱਲ ਇਹ ਨਹੀਂ, ਉਹ ਬਹਾਦਰੀ ਦਾ ਜਜ਼ਬਾ। ਜਦੋਂ ਸ਼ਾਮ ਸਿੰਘ ਅਟਾਰੀ ਵਾਲਾ ਨਿਕਲਿਆ, ਵਿਹਲਿਓਂ ਨਿਕਲੇ ਸ਼ੇਰ ਮੀਆਂ, ਉਹ ਜਿਹੜਾ ਬੰਦਾ ਉੱਠਦਾ ਨਾ, ਉਹ ਹੈਗਾ ਇੱਕ ਉਹ ਭਾਵਨਾ ਉਸ ਕਿੱਸੇ ਦੇ ਵਿੱਚ ਆ ਕਿ ਨਾ ਜ਼ਬਰ ਕਰਨਾ ਤੇ ਨਾ ਜ਼ਬਰ ਸਹਿਣਾ, ਜਿਹੜਾ ਕਿ ਗੁਰੂ ਤੇਗ ਬਹਾਦਰ ਜੀ ਆਪਣੇ ਸਲੋਕਾਂ ਦੇ ਵਿੱਚ ਇਹ ਲਿਖ ਗਏ ਕਿ ਭੈ ਕਾਹੂ ਕੋ ਦੇਤ ਨਹਿ ਪੈਮਾਨ ਤਾਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਉਹ ਆ ਗਿਆਨਵਾਨ। ਇਹ ਅਸਲ ਜੇ ਗਿਆਨਵਾਨ ਬੰਦਾ ਸ਼ਾਹ ਮੁਹੰਮਦ, ਉਹ ਜਦੋਂ ਉਹ ਲਿਖਦਾ ਕਿ ਵੀਰ ਰਸ ਵੀ ਹੋਣਾ ਚਾਹੀਦਾ। ਐਵੇਂ ਆ ਕੇ ਤੁਹਾਨੂੰ ਕੋਈ ਢਾਲ ਵੀ ਯਾਰ ਗੱਲ ਕਾਹਦੀ ਆ। ਫਿਰ ਨਾਲ ਜਦੋਂ ਉਹ ਸਮਝੌਤਾ ਕਰਦੇ ਆ, ਉਦੋਂ ਵੀ ਉਹ ਕਹਿੰਦਾ ਸ਼ਾਹ ਮੁਹੰਮਦ ਆ ਸਿੱਖਾਂ ਨੂੰ ਲੋਕ ਪੁੱਛਦੇ ਕਿਹੜੀਆਂ ਪੂੜੀਆਂ ਪਾਏ, ਹੈ ਨਾ। ਆਪ ਇੱਥੋਂ ਤੱਕ ਵੀ ਲਿਖਦਾ, ਬੈਰੀ ਨੂੰ ਮਾਰਨ ਲਈ ਗਏ, ਜਾ ਕੇ ਕੁੰਜੀਆਂ ਹੱਥ ਫੜਾਏ। ਜਦੋਂ ਲਿਖਦਾ ਤੇ ਅਖੀਰ ਤੇ ਇਹ ਗੱਲ ਕਹਿੰਦਾ ਵੀ ਹਾਥੀ ਸਣੇ ਅੰਬਾਰੀਆਂ ਨੇ ਉੱਡਦੇ, ਹਾਥੀ ਸਣੇ ਅੰਬਾਰੀਆਂ ਨੇ, ਸਾਰਾ ਕੁਝ ਕਹਿੰਦਾ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਦਰਅਸਲ ਉਹ ਉਸ ਧਾੜਵੀ ਕਿਸਮ ਦੀ ਸੋਚ ਦਾ ਵਿਰੋਧੀ ਹੈ, ਜਿਹੜੇ ਕਿ ਉਹਨਾਂ ਲੋਕਾਂ ਤੇ ਆ ਕੇ, ਉਹਨਾਂ ਦੀ ਧਰਤੀ ਤੇ ਆ ਕੇ ਕਬਜ਼ਾ ਕਰ ਰਹੇ ਨੇ। ਉਹਨਾਂ ਲੋਕਾਂ ਦਾ ਹਮਾਇਤੀ ਹੈ ਜਿਹੜਾ ਆਪਣੇ ਪੁਰਖਿਆਂ ਦੀ ਉਸ ਵਿਰਾਸਤ ਨੂੰ ਬਚਾਉਣ ਲਈ ਲੜ ਰਹੇ ਨੇ। ਹੁਣ ਵਧੀਕੀ ਵਾਲੀ ਗੱਲ ਹੋ ਗਈ। ਤੁਸੀਂ ਦੇਖੋ ਜੀ, ਸ਼ਾਹ ਮੁਹੰਮਦ ਦੇ ਸਮੇਂ ਜਦੋਂ ਇਹ ਇਤਿਹਾਸ ਲਿਖਿਆ ਗਿਆ ਜੀ, ਉਸ ਦੇ ਵਿੱਚ ਅੰਗਰੇਜ਼ਾਂ ਦੀ ਮੁਖਾਲਫਤ ਹੋਈ। ਯਕੀਨਨ ਜ਼ਾਹਰਾ ਤੌਰ ਤੇ ਸੀ। ਅੰਗਰੇਜ਼ਾਂ ਨੇ ਜਦੋਂ ਪੰਜਾਬ ਦੇ ਵਿੱਚ ਕਬਜ਼ਾ ਕੀਤਾ ਤਾਂ ਉਹਨਾਂ ਦਾ ਪਹਿਲਾ ਇਹ ਤਰੀਕਾ ਸੀ ਕਿ ਉਹ ਸਰੋਤ ਜਿਹੜੇ ਇਨਕਲਾਬੀ ਨੇ, ਉਹਨਾਂ ਸਰੋਤਾਂ ਨੂੰ ਸਾਹਿਤ ਤੋਂ ਪਰੇ ਕਰੋ। ਹੁਣ ਪੰਜਾਬੀ ਦੇ ਅਨੁਵਾਦ ਕਰਨੇ ਸ਼ੁਰੂ ਕੀਤੇ। ਕਲਕੱਤੇ ਤੋਂ ਸਭ ਤੋਂ ਪਹਿਲਾਂ ਜਿਹੜਾ ਬਾਈਬਲ ਦਾ ਅਨੁਵਾਦ ਹੋਇਆ, ਉਸ ਤੋਂ ਬਾਅਦ ਕਈ ਹੋਰ ਫਿਰ ਮਿਸ਼ਨਰੀ ਕਾਲਜ ਸ਼ੁਰੂ ਕੀਤੇ। ਜ਼ਾਹਰਾ ਪੱਖੋਂ ਸਭ ਤੋਂ ਪਹਿਲਾਂ ਉਹਨਾਂ ਦੀ ਸ਼ਰਤ ਸੀ ਕਿ ਕਿਸੇ ਵੀ ਪੱਧਰ ਤੇ ਸ਼ਾਹ ਮੁਹੰਮਦ ਵਰਗੇ ਦੀ ਲਿਖਤ ਜਾਂ ਉਹ ਕੋਈ ਵੀ ਜਿਹੜੀ ਇਨਕਲਾਬੀ ਲਿਖਤ ਹੈ ਸਿੱਖਾਂ ਦੀ, ਉਹ ਸਾਹਮਣੇ ਨਾ ਆਵੇ। ਅੱਛਾ ਜੀ। ਵਿਕਲਪ ਵੀ ਦੇਣਾ ਪੈਣਾ ਸੀ। ਵਿਕਲਪ ਫਿਰ ਲੱਭਿਆ ਗਿਆ। ਵਿਕਲਪ ਕਿਵੇਂ ਲੱਭਦਾ? ਹੁਣ ਹੈਰਾਨੀ ਵਾਲੀ ਗੱਲ ਹੈ ਕਿ ਮੈਂ ਬੜਾ ਸਾਹਿਤ ਨੂੰ, ਆਪਾਂ ਸਾਹਿਤ ਦੇ ਸਾਰੇ ਪੱਖਾਂ ਨੂੰ ਪਿਆਰ ਕਰਦੇ ਹਾਂ। ਕੋਈ ਸੂਫੀ ਕਾਵ ਹੈ, ਉਹਦੇ 'ਚ ਬਾਬਾ ਫਰੀਦ ਜੀ ਕਹਿੰਦੇ ਬਾਰ ਪਰਾਏ ਵੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰ। ਭਗਤ ਕਬੀਰ ਜੀ ਤਾਂ ਸਿੱਧਾ ਹੀ ਕਹਿੰਦੇ ਨੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਝਨ ਕੋ ਦਾਓ। ਉਹ ਜਿਹੜਾ ਜੂਝਨ ਕੋ ਦਾਓ, ਜਦੋਂ ਕਹਿੰਦਾ ਸੂਰਾ ਸੋ ਪਹਿਚਾਨੀਏ ਜੋ ਲੜੇ ਦਿਨ ਕੇ ਹੇਤ, ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਭਾਰਤ ਦੇ ਵਿੱਚੋਂ ਪਹਿਲਾਂ ਇਹਨਾਂ ਸਾਰਿਆਂ ਨੂੰ ਬੰਦ ਕੀਤਾ ਗਿਆ। ਭਗਤ ਕਬੀਰ ਦੀ ਗੱਲ ਹੁੰਦੀ ਸੀ, ਫਰੀਦ ਦੀ ਗੱਲ ਹੁੰਦੀ ਸੀ, ਜਾਂ ਇਨਕਲਾਬੀ ਸਾਹਿਤ ਦੀ ਗੱਲ ਹੁੰਦੀ ਸੀ। ਵਿਕਲਪ ਫਿਰ ਕੀ ਦੇਣਾ ਸੀ? ਫਿਰ ਕੰਮ ਸ਼ੁਰੂ ਹੋਇਆ ਕਿ ਇਹਨਾਂ ਨੂੰ ਰਾਸਾਂ ਦੇ ਵਿੱਚ, ਇਹਨਾਂ ਨੂੰ ਉਹਨਾਂ ਰਸਾਂ ਦੇ ਵਿੱਚ ਜਾਂ ਹਾਰੇ ਹੋਏ ਨਾਇਕ ਦੇ ਕੇ ਇਹਨਾਂ ਨੂੰ ਉਸ ਪਾਸੇ ਲਾ ਦਿਓ ਜਿਹੜਾ ਕਿ ਇਹ ਜਦੋਂ ਆਪਣੇ ਸਾਹਿਤ ਦੀਆਂ ਕਿਤਾਬਾਂ ਪੜ੍ਹਨ, ਇਹਨਾਂ ਨੂੰ ਕਿਤੇ ਸ਼ਾਹ ਮੁਹੰਮਦ ਨਜ਼ਰ ਨਾ ਆਵੇ। ਇਹਨਾਂ ਨੂੰ ਨਜ਼ਰ ਉਹ ਆਵੇ ਜਿਹੜੇ ਕਿ ਇਹਨਾਂ ਦੀਆਂ ਇਸ਼ਕ ਮੁਸ਼ਕ ਦੀਆਂ ਕਹਾਣੀਆਂ ਨੇ। ਤਾਂ ਫਿਰ ਇੱਕ ਹਾਈਲਾਈਟ ਕੀਤਾ ਗਿਆ ਕਿੱਸਾ ਵਾਰਸ ਹੀਰ। ਵਾਰਸ ਸ਼ਾਹ ਬਜ਼ਾਤੇ ਪੰਜਾਬੀ ਦਾ ਲੇਖਕ ਬੇਹੱਦ ਸਤਿਕਾਰ ਹੈ ਸਾਡਾ। ਇਹ ਪਹਿਲਾਂ ਨਹੀਂ ਹੋ ਗਿਆ ਉਹਨਾਂ ਤੋਂ? ਨਹੀਂ, ਇਹ ਪ੍ਰਫੁੱਲਤ ਕਦੋਂ ਹੋਇਆ, ਪ੍ਰਚਾਰਿਆ ਕਦੋਂ ਗਿਆ ਲੇਖਕ ਦੇ ਤੌਰ ਤੇ? ਸਭ ਤੋਂ ਜ਼ਿਆਦਾ ਤੁਸੀਂ ਇਤਿਹਾਸ ਪੜ੍ਹੋ, 1849 ਤੋਂ ਬਾਅਦ ਪੰਜਾਬੀ ਸਾਹਿਤ ਦਾ ਜਿਹੜਾ ਸਭ ਤੋਂ ਜ਼ਿਆਦਾ, ਈਵਨ 1900 ਤੇ ਸਿੰਘ ਸਭਾ ਲਹਿਰ ਦੇ ਸਮੇਂ ਤੱਕ ਦਾ ਜਿਹੜਾ ਸਿਲਸਿਲਾ, ਉਦੋਂ ਤੱਕ ਇਹੀ ਚੱਲਿਆ ਇੱਕੋ ਹੀ। ਉਹਦਾ ਕਾਰਨ ਕੀ ਸੀ? ਨੋ ਡਾਊਟ ਕਿ ਜੋ ਵਾਰਿਸ ਸ਼ਾਹ ਦੀ ਹੀਰ ਦੇ ਵਿੱਚ ਲਿਖਿਆ ਉਹਨੇ ਕਮਾਲ ਦਾ ਲਿਖਿਆ, ਜੋ ਉਹਦਾ ਸਾਹਿਤਕ ਪੱਖ ਹੈ ਬੜਾ। ਪਰ ਪੰਜਾਬੀਆਂ ਦੇ ਨਾਇਕ ਕੌਣ ਬਣੇ?
ਪੰਜਾਬੀਆਂ ਦਾ ਨਾਇਕ ਉਸ ਵੇਲੇ ਨਜ਼ਰ ਉਹ ਆਇਆ ਕਿ ਇੱਕ ਹਰ ਥਾਂ ਤੇ ਹਾਰਿਆ ਹੋਇਆ ਵਿਅਕਤੀ, ਜਿਹਦਾ ਕੋਈ ਸਥਾਪਤੀ ਨਾਲ ਝਗੜਾ ਨਹੀਂ, ਕਿਸੇ ਕਾਲ ਨੂੰ ਪੇਸ਼ ਕਰਦਾ, ਚਾਹੇ ਸਿੱਖ ਕਾਲ ਦੇ ਗੁਰੂ ਸਾਹਿਬਾਨ ਦੇ ਸਮੇਂ ਨੂੰ ਪੇਸ਼ ਕਰ ਰਿਹਾ ਉਹ ਕਿੱਸਾ, ਪਰ 2 ਲਾਈਨਾਂ ਲੱਭਣਗੀਆਂ ਜੇ ਗੁਰੂ ਸਾਹਿਬ ਤੋਂ ਬਾਅਦ ਦੇ ਸਮੇਂ ਦੀ ਵੀ ਪੇਸ਼ਕਾਰੀ ਹੈ ਕਿ 2-4 ਲਾਈਨਾਂ ਵੀ ਆਹ ਜਿਹੜੇ ਸੀ ਜਿਸ ਤਰ੍ਹਾਂ ਕਿਸੇ ਕਿਸਮ ਦੀ ਜੇ ਟਿੱਪਣੀ ਵੀ ਮਿਲੂ ਨਾ ਇੱਕ ਅੱਧੀ ਹਲਕੀ। ਹਾਲਾਂਕਿ ਪੰਜਾਬ ਦੇ ਵਿੱਚ ਸਿੱਖ ਰਾਜ ਦਾ ਸਟਰਗਲ ਸੀ, ਤੁਸੀਂ ਦੇਖੋ ਅੰਗਰੇਜ਼ਾਂ ਦੇ ਨਾਲ ਯੁੱਧ ਹੋ ਰਹੇ ਸੀ, ਉਸ ਸਮੇਂ ਤੋਂ ਪਹਿਲਾਂ ਦੇ ਅੱਗੇ ਚਲੋ, ਉਸ ਵੇਲੇ ਮੁਗਲਾਂ ਨਾਲ ਯੁੱਧ ਹੋ ਰਹੇ ਸੀ, ਤੁਰਕਾਂ ਨਾਲ ਯੁੱਧ ਹੋ ਰਹੇ ਸੀ, ਪਰ ਉਹ ਨਹੀਂ, ਇੱਕ ਉਹ ਚੀਜ਼ ਲੋਕਾਂ ਦੇ ਮਨਾਂ 'ਚ ਹੋ ਗਈ ਕਿ ਇੱਕ ਨਾਇਕ ਹੈ ਜਿਹੜਾ ਸਿਰਫ ਇੱਕ ਔਰਤ ਤੇ ਮਰਦ ਦੀ ਕਹਾਣੀ ਤੇ ਕੇਂਦਰਿਤ ਹੋ ਗਿਆ, ਉਹਦੇ ਵਿੱਚ ਉਹ ਕਿਸਮ ਦੀਆਂ ਗੱਲਾਂ ਜੁੜ ਗਈਆਂ ਤੇ ਫਿਰ ਸਾਡੇ ਲੋਕਾਂ ਨੇ ਉਹਨੂੰ ਉਹ ਚੱਕਿਆ ਇੱਕ ਤਰ੍ਹਾਂ ਸਾਰੇ ਹਾਸ਼ੀਏ ਤੇ ਕਰ ਦਿੱਤੇ ਗਏ। ਕੀ ਸੀ ਸ਼ਾਹ ਮੁਹੰਮਦ, ਕੀ ਸੀ ਕਬੀਰ, ਕੀ ਸੀ ਫਰੀਦ, ਕੀ ਗੁਰੂ ਗ੍ਰੰਥ ਸਾਹਿਬ ਦਾ ਉਹ ਇਨਕਲਾਬੀ ਪੱਖ ਜਿਹੜਾ ਸਾਰਾ ਸੀ ਉਹੀ ਛਾ ਗਿਆ। ਅੰਗਰੇਜ਼ਾਂ ਨੇ ਬਕਾਇਦਾ ਤੌਰ ਤੇ ਜੇ ਕਿਤੇ ਸਾਹਿਤ ਨੂੰ ਪੜ੍ਹਾਉਣ ਦੀ ਗੱਲ ਵੀ ਚੱਲੀ ਤਾਂ ਉਸ ਕਾਲ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਫੁੱਲਿਤ ਕੀਤਾ ਗਿਆ ਤਾਂ ਇਹ ਪ੍ਰਫੁੱਲਿਤ ਕੀਤਾ ਗਿਆ। ਹੁਣ ਉਹਦਾ ਨਤੀਜਾ ਹੁਣ ਭੁਗਤ ਰਹੇ ਆ। ਅੱਜ ਦੇ ਜਿਹੜੇ ਇਸ ਕਿਸਮ ਦੇ ਲੇਖਕ ਨੇ, ਅੱਜ ਪੰਜਾਬ ਦੀ ਤਰਾਸਦੀ ਦਾ ਹੱਲ ਜੇ ਲੱਭਣਾ ਤਾਂ ਉਹ ਲੱਭਣਾ ਬਾਬੇ ਨਾਨਕ ਦੇ ਲਿਖਤਾਂ ਦੇ ਵਿੱਚੋਂ, ਲੱਭਣਾ ਬੰਦਾ ਬਹਾਦਰ ਦੇ ਸੰਘਰਸ਼ ਚੋਂ, ਲੱਭਣਾ ਰਣਜੀਤ ਸਿੰਘ ਦੇ ਪ੍ਰੈਕਟੀਕਲ ਲੈਬ ਚੋਂ ਕੀਤੇ ਕੰਮ ਚੋਂ, ਪਰ ਉਹ ਕਿੱਥੋਂ ਲੱਭ ਰਹੇ ਨੇ? ਵਾਰਿਸ ਸ਼ਾਹ ਦੇ ਹੰਨੇ ਬੰਨੇ ਚੋਂ, ਹੀਰ ਦੇ ਕਿੱਸੇ ਚੋਂ, ਉਸ ਕਹਾਣੀ ਚੋਂ ਲੱਭ ਰਹੇ ਨੇ ਕਿ ਪੰਜਾਬ ਦਾ ਸੁਨਹਿਰੀ ਭਵਿੱਖ ਜੇ ਚਿਤਵਣਾ ਤਾਂ ਇਹਦੇ ਚੋਂ ਨਿਕਲੇਗਾ, ਜਿਹੜਾ ਕਿ ਜ਼ਮੀਨ ਅਸਮਾਨ ਦਾ ਫਰਕ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਸਾਡੇ ਜਿਹੜਾ ਤੁਸੀਂ ਪੁੱਛਿਆ ਨਾ ਅੱਜ ਦੇ ਲੇਖਕ ਤੇ ਆਲੋਚਕ, ਮੈਂ ਇੱਥੇ ਇਸ ਕਰਕੇ ਗੱਲ ਕਰਦਾ ਵੀ ਰੱਬ ਦਾ ਵਾਸਤਾ, ਅੱਜ ਜਦੋਂ ਤੁਸੀਂ ਕਿਤੇ ਗੱਲ ਕਰਦੇ ਹੋ ਮਹਾਰਾਜ ਰਣਜੀਤ ਸਿੰਘ ਨੂੰ ਗਾਲਾਂ ਤੇ ਗਾਲਾਂ, ਉਹ ਮਾੜਾ, ਉਹ ਲੁੱਚਾ, ਉਹਦੀਆਂ ਜਨਾਨੀਆਂ ਬਹੁਤ, ਉਹ ਜੀ ਕਰੈਕਟਰ ਦਾ ਮਾੜਾ, ਉਹ ਨੀਤੀਵਾਨ ਨਹੀਂ। ਹਾਂ, ਵਾਰਿਸ ਸ਼ਾਹ 'ਚੋਂ ਲੱਭੋ, ਹੀਰ ਰਾਂਝੇ 'ਚੋਂ ਲੱਭੋ ਪੰਜਾਬ ਦਾ ਭਵਿੱਖ, ਪੰਜਾਬ ਸੁਨਹਿਰੀ ਕਿਵੇਂ ਬਣਨਾ। ਉਹ ਕਮਲਿਓ, ਕੋਈ ਅਕਲ ਵਾਲੀ ਗੱਲ ਕਰੋ। ਇਤਿਹਾਸ ਨੂੰ ਵਿਗਾੜਨ ਦੀ ਥਾਂ ਤੇ ਕੁਛ ਇਹ ਸੋਚੋ ਕਿ ਜਿਨ੍ਹਾਂ ਦੀ ਏਡੀ ਵੱਡੀ ਦੇਣ ਹੈ ਉਹਨਾਂ ਨੂੰ ਦੇਖੀਏ। ਕਿਸੇ ਨੂੰ ਕਿਸੇ ਦੇ ਤੌਰ ਤੇ ਰੱਖਿਆ ਜਾਂਦਾ ਹੋਰ ਸੀ, ਪਰ ਬਾਕੀ ਸਾਰੀਆਂ ਲਿਖਤਾਂ ਪਿੱਛੇ ਚਲੀਆਂ ਗਈਆਂ। ਇਹ ਇੱਕ ਬਹੁਤ ਵੱਡਾ ਦੁਖਾਂਤ ਹੈ। ਡਾਕਟਰ ਸਾਹਿਬ, ਇਹ ਬੜੀ ਵੈਸੇ ਕਮਾਲ ਦੀ ਗੱਲ ਆ। ਬੜੀ ਵਾਰੀ ਸਾਹਿਤ ਨੂੰ ਪੜ੍ਹਿਆ, ਕਿੱਸਾ ਕਾਵ, ਫਿਰ ਜੰਗਨਾਮਾ ਸ਼ਾਹ ਮੁਹੰਮਦ, ਪਰ ਜਿਹੜੀ ਤੁਸੀਂ ਆ ਗੱਲ ਕੀਤੀ ਬੜੀ ਨਵੀਂ ਔਰ ਬੜੀ ਕਮਾਲ ਦੀ ਆ ਜੀ ਕਿ ਕਿਸੇ ਰਚਨਾ ਨੂੰ ਕਲਾਸਿਕ ਕਿੱਦਾਂ ਬਣਾਇਆ ਜਾਂਦਾ। ਹੀਰ ਵਾਰਿਸ ਸ਼ਾਹ ਕਲਾਸਿਕ ਕਿੱਦਾਂ ਬਣਦੀ, ਇਹਦੇ ਪਿੱਛੇ ਵੀ ਰਾਜਨੀਤੀ ਆ, ਜਾਂ ਜਿਹੜੇ ਤੁਹਾਡੇ ਨਾਇਕ ਕੌਣ ਬਣਨਾ ਹੈ, ਤੁਹਾਡੇ ਨਾਇਕ ਕਿਹਨਾਂ ਨੇ ਬਣਨਾ। ਠੀਕ ਹੈ, ਕਿੱਸਾ ਕਾਵ ਦਾ ਬਹੁਤ ਲੰਬਾ ਇੱਕ ਇਤਿਹਾਸ ਔਰ ਸਮੇਂ ਦੇ ਵਿੱਚ ਉਹ ਆਉਣਾ ਵੀ ਸੀਗਾ, ਉਹਨੇ ਇੱਕ ਸਟੈਪ ਸੀਗਾ, ਉਹਦੇ ਤੋਂ ਬਾਅਦ ਫਿਰ ਜਿਹੜੀ ਆਧੁਨਿਕ ਕਵਿਤਾ ਸ਼ੁਰੂ ਹੁੰਦੀ। ਪਰ ਇਹ ਗੱਲ ਵਾਕਈ ਤੁਹਾਡੀ ਨਵੀਂ ਆ ਔਰ ਬੜੀ ਕਮਾਲ ਦੀ ਆ ਕਿ ਉਹਦੇ ਵਿੱਚ ਵੀ ਸਾਹਿਤ ਦੇ ਵਿੱਚ ਵੀ ਕਿਸ ਤਰ੍ਹਾਂ ਦੀ ਜਿਹੜੀ ਉਹ ਹੈਗੀ ਆ। ਬੜੀ ਦਿਲਚਸਪ ਇਹਦੇ 'ਚ ਇੱਕ ਛੋਟੀ ਜਿਹੀ ਗੱਲ ਮੈਂ ਜੋੜਦਾ। ਤੁਸੀਂ ਦੇਖੋ, ਅਸੀਂ ਹਮੇਸ਼ਾ ਸਤਿਕਾਰ ਕਰਦੇ ਹਾਂ ਜਿਹੜੀਆਂ ਪੁਰਾਤਨ ਮਿੱਥ ਰਚਨਾਵਾਂ ਵੀ ਨੇ। ਜੀ 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 ਰਾਮਾਇਣ ਕਿਸੇ ਸਮੇਂ ਮਹਾਰਿਸ਼ੀ ਵਾਲਮੀਕ ਨੇ ਲਿਖੀ ਸੀ, ਜੀ ਜੀ, ਬਹੁਤ ਪੁਰਾਣੀ ਜੀ ਮਿੱਥ ਹੈ। ਉਸ ਦੇ ਵਿੱਚ ਬਹੁਤ ਕੁਛ ਹੈ, ਉਸ ਦੇ ਵਿੱਚੋਂ ਕਰੈਕਟਰ ਚੁਣੇ ਗਏ, ਇੱਕ ਪਾਸੇ ਰਾਜਾ ਰਾਮਚੰਦਰ, ਇੱਕ ਪਾਸੇ ਉਸ ਵੇਲੇ ਰਾਵਣ, ਜਾਂ ਬਾਕੀ ਸਾਰੀ ਕਹਾਣੀ ਹੋ ਗਈ। ਠੀਕ ਹੈ, ਪਰ ਤੁਸੀਂ ਇਸ ਗੱਲ ਨੂੰ ਸੁਣ ਕੇ ਹੈਰਾਨ ਹੋਵੋਗੇ ਕਿ ਜਿਸ ਵੇਲੇ ਭਾਰਤ ਦੇ ਵਿੱਚ ਭਗਤੀ ਲਹਿਰ ਸਿਖਰ ਤੇ ਸੀ, ਉਸ ਵੇਲੇ ਦਾ ਕਾਲ ਜਹਾਂਗੀਰ ਕਾਲ ਸੀ, ਜਿਹੜਾ ਕਿ ਜਦੋਂ ਹੀ ਅਕਬਰ ਤੋਂ ਬਾਅਦ ਦਾ ਸਮਾਂ ਸ਼ੁਰੂ ਹੋਇਆ, ਅਕਬਰ ਤੇ ਜਹਾਂਗੀਰ ਦਾ ਜਿਹੜਾ ਪੀਰੀਅਡ ਸੀ, ਦੀਨੇ ਇਲਾਹੀ ਚੱਲਿਆ ਉਸ ਵੇਲੇ। ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਮੈਂ ਵਿਕਲਪ ਦੇਵਾਂ। ਬੜਾ ਚਲੋ ਕੁਝ ਲੋਕਾਂ ਨੇ ਪਸੰਦ ਵੀ ਕੀਤਾ, ਅਕਬਰ ਨੂੰ ਗ੍ਰੇਟ ਕਿਹਾ ਜਾਂਦਾ, ਦਾ ਗ੍ਰੇਟ ਉਹਨੂੰ ਵੀ ਕਿਹਾ ਜਾਂਦਾ। ਖੈਰ ਇੱਥੇ ਕਮਾਲ ਦੀ ਗੱਲ ਹੈ ਕਿ ਘਰ ਘਰ ਮਲਾਣੇ ਜਦੋਂ ਕਿਤੇ ਬਾਂਗ ਦਿੰਦੇ ਸੀ ਤਾਂ ਖੜੇ ਹੋ ਜਾਂਦੇ ਸੀ ਲੋਕ, ਕਬੀਰ ਪੰਥ ਕੇ ਮੁੱਲਾ ਮਨਾਰੇ ਕਿਆ ਕਰੇ, ਸਾਈਂ ਨਾ ਬਹਿਰਾ ਹੋਏ, ਬੰਦ ਕਰੋ ਇਹ ਤੋਂ। ਕਹਿੰਦੇ ਯਾਰ ਬੜੇ ਦੁਖੀ ਆ। ਉਧਰ ਜਦੋਂ ਬ੍ਰਾਹਮਣ ਨੇ ਕਦੇ ਉੱਠਣਾ ਤਾਂ ਉੱਥੇ ਕਬੀਰ ਪੰਥ ਕੇ, ਉਧਰੋਂ ਗੁਰੂ ਇਨਕਲਾਬ ਆ ਗਿਆ ਸੀ, ਗੁਰੂ ਕਾਲ ਦਾ ਇਨਕਲਾਬ ਆ ਗਿਆ ਸੀ। ਸਿੱਧੇ ਗੁਰੂ ਸਾਹਿਬ ਨੇ ਕਹਿਤਾ, ਗੁਰੂ ਸਾਹਿਬ ਨੇ ਤਾਂ ਇਹਨੂੰ ਜਿਹੜਾ ਬ੍ਰਾਹਮਣੀ ਸਮਾਜ ਸੀ ਉਹਦੇ ਸਿੱਧਾ ਮਾਰਿਆ, ਐਨ ਟਕਾ ਕੇ ਉਹਦੇ ਉੱਪਰ ਕਟਾਕਸ਼। ਤੇ ਇਧਰੋਂ ਭਗਤ ਕਬੀਰ ਜੀ ਕੀ ਕਹਿ ਰਿਹਾ, ਜੋ ਤੂੰ ਬ੍ਰਾਹਮਣੀ ਜਾਇਆ ਆਨ ਵਾਟ ਕਾਹੇ ਨਹੀਂ ਆਇਆ। ਐਡੀ ਵੱਡੀ ਗੱਲ ਕੋਈ ਲੇਖਕ ਕਹਿ ਦੇਵੇ ਤਾਂ ਉਹਦੇ ਅੰਦਰ ਕੋਈ ਦਲੇਰੀ ਹੋ, ਉਹੀ ਕਹੂਗਾ ਜਿਹਨੇ ਕਿਹਾ ਹਮ ਕਾ ਤਾਂ ਬ੍ਰਾਹਮਣ ਤੁਮ ਕਾ ਸੂਤ, ਹਮ ਕਾ ਤਾਂ ਲਹੂ ਤੁਮ ਕਾ ਦੂਧ। ਇਹ ਉਸ ਵੇਲੇ ਬ੍ਰਾਹਮਣ ਸਮਾਜ
ਤੇ ਮੌਲਾਨਾ ਸਮਾਜ ਦੋਨੇ ਦੁਖੀ ਸਨ ਪੂਰੇ। ਇਹਨਾਂ ਨੂੰ ਕਾਟ ਕਿਵੇਂ ਕੀਤੀ ਗਈ, ਹੁਣ ਇਹ ਇਤਿਹਾਸ ਦੇਖੋ। ਉਸ ਵੇਲੇ ਜਿਹੜਾ ਬਨਾਰਸ ਦੇ ਖੇਤਰ ਦੇ ਵਿੱਚੋਂ ਹੀ ਜਿੱਥੇ ਕਬੀਰ ਦਾ ਪੂਰਾ ਪ੍ਰਭਾਵ ਸੀ, ਉਸ ਖੇਤਰ ਦੇ ਵਿੱਚੋਂ ਇੱਕ ਕਰੈਕਟਰ ਚੁਣਿਆ ਗਿਆ ਜਿਹਦਾ ਮੂਲ ਨਾਂ ਵੱਖਰਾ ਸੀ। ਅੱਛਾ ਜੀ। ਉਹ ਵੱਖਰਾ ਨਾਮ ਜਿਹੜਾ ਸੀ ਉਹ ਇਤਿਹਾਸ ਦੇ ਵਿੱਚ ਹੈ, ਉਹ ਮੈਂ ਕਦੇ ਜ਼ਿਕਰ ਵੀ ਤੁਹਾਡੇ ਨਾਲ ਕਰਾਂਗਾ। ਪਰ ਉਸ ਬੰਦੇ ਨੂੰ ਕੱਢ ਦਿੱਤਾ ਗਿਆ ਸੀ ਉਹ ਖਾਸ ਤੌਰ 'ਤੇ ਹਿੰਦੂ ਤਬਕੇ ਵੱਲੋਂ ਕਿ ਤੂੰ ਜਿਹੜੀਆਂ ਲਿਖਤਾਂ ਲਿਖਦਾ ਤੇਰੀਆਂ ਪ੍ਰਵਾਨ ਨਹੀਂ। ਪਰ ਉਸ ਵੇਲੇ ਅਕਬਰ ਕਾਲ ਦੇ ਵਿੱਚ ਉਸ ਨੂੰ ਰਾਜ ਸੱਤਾ ਨੇ ਸਪੋਰਟ ਦਿੱਤੀ, ਜਗ੍ਹਾ ਦਿੱਤੀ ਲਿਖਣ ਲਈ, ਤੇ ਉਹ ਤੋਂ ਤਿਆਰ ਕਰਵਾਇਆ ਗਿਆ ਜਿਹੜਾ ਰਾਮਚਰਿਤ ਮਾਨਸ ਹੈ। ਰਾਮਚਰਿਤ ਮਾਨਸ ਤੇ ਬਾਅਦ ਦੇ ਵਿੱਚ ਤੁਲਸੀਦਾਸ ਨਾਂ ਦਿੱਤਾ ਗਿਆ, ਐਡ ਕੀਤਾ ਗਿਆ। ਤੁਸੀਂ ਹੈਰਾਨ ਹੋਵੋਗੇ ਕਿ ਉਸ ਕਾਲ ਦੇ ਵਿੱਚ, ਜਿਸ ਕਾਲ ਦੇ ਵਿੱਚ ਕਬੀਰ ਜੀ, ਫਰੀਦ ਜੀ ਜਾਂ ਇਹ ਲਿਖਤਾਂ ਜਿਹੜੀਆਂ ਸਭ ਤੋਂ ਜ਼ਿਆਦਾ ਸਨ, ਜਿਨ੍ਹਾਂ ਦਾ ਤਿੱਖਾ ਵਿਰੋਧ ਹੋ ਰਿਹਾ ਸੀ। ਇੱਕ ਪਾਸੇ ਜਹਾਂਗੀਰ ਦਾ ਸਿੱਧਾ ਟੱਕਰ ਗੁਰੂ ਕਾਲ ਦੇ ਵਿੱਚ ਗੁਰੂਆਂ ਨਾਲ, ਸ਼ਹਾਦਤ ਗੁਰੂ ਅਰਜਨ ਦੇਵ ਜੀ ਦੀ, ਦੂਜੇ ਪਾਸੇ ਸਰਕਾਰੀ ਤੌਰ 'ਤੇ ਪੂਰੇ ਮੁਲਕ ਦੇ ਵਿੱਚ ਇਹ ਰਚਨਾ ਵੰਡੀ ਗਈ। ਤੇ ਉਸ ਵੇਲੇ ਭਾਰਤ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੇਕਰ ਕੋਈ ਸਾਹਿਤ ਇਹ ਵਿਕਿਆ ਤਾਂ ਰਾਮਚਰਿਤ ਮਾਨਸ। ਮੁਗਲ ਕਾਲ ਦੇ ਵਿੱਚ ਤੁਰਕ ਰਾਜਾ ਹੋਵੇ, ਮੁਗਲ ਕਾਲ ਹੋਵੇ, ਭਾਰਤ ਦੇ ਘਰ ਘਰ ਦੇ ਵਿੱਚ ਪਹੁੰਚਾਇਆ ਗਿਆ ਤਾਂ ਕਿ ਇਸ ਦੇ ਵਿੱਚ ਕੋਈ ਉਹ ਪੱਖ ਨਹੀਂ ਜਿਹੜਾ ਅੱਜ ਦੀ ਸੱਤਾ ਜਿਹੜੀ ਆ ਤੁਰਕ ਸੱਤਾ, ਮੁਗਲ ਸੱਤਾ, ਉਹਨੂੰ ਚੁਣੌਤੀ ਦੇ ਸਕੇ। ਇਹਨੂੰ ਚੁਣੌਤੀ ਦੇਣ ਵਾਲਾ ਤਾਂ ਕਬੀਰ ਹੈ, ਇਹਨੂੰ ਚੁਣੌਤੀ ਦੇਣ ਵਾਲਾ ਤਾਂ ਗੁਰੂ ਨਾਨਕ ਹੈ, ਇਹ ਸਾਰੇ ਨੇ। ਤੇ ਉਸ ਵੇਲੇ ਮਾਹੌਲ ਹੀ ਬਦਲ ਗਿਆ, ਲੋਕਾਂ ਨੇ ਪੂਰਾ ਆਪਣੇ ਆਪ ਨੂੰ ਉਸ ਕਾਲ ਤੋਂ ਲੈ ਕੇ ਟੋਟਲੀ ਵੱਖਰਾ ਕਰ ਲਿਆ। ਆ ਜਿਹੜੀਆਂ ਪਿੱਛੇ ਝਗੜੇ ਚੱਲੇ, ਇਹ ਕੀ ਆ ਜੀ, ਬਾਬਰੀ ਮਸਜਿਦ ਦਾ ਝਗੜਾ ਜਾਂ ਹੋਰ ਹੈ, ਇਹ ਬਿਲਕੁਲ ਇਤਿਹਾਸ ਦੇ ਵੱਖਰੇ ਪੱਖ ਨੇ, ਪਰ ਇਹ ਸੱਚਾਈ ਹੈ। ਉਸੇ ਸੰਦਰਭ ਦੇ ਵਿੱਚ ਜੇ ਅਸੀਂ ਇਤਿਹਾਸ ਨੂੰ ਇਸ ਐਂਗਲ ਤੋਂ ਪੜ੍ਹਾਂਗੇ ਨਾ ਦੁਬਾਰਾ, ਤਾਂ ਬਹੁਤ ਕੁਝ ਇਸ ਤਰ੍ਹਾਂ ਦਾ ਆਉਂਦਾ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਤੁਸੀਂ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਰਾਜਕਾਲ ਤੇ ਉਹਨਾਂ ਦੀ ਸ਼ਖਸੀਅਤ ਦੇ ਨਾਲ ਨਾਲ ਬਹੁਤ ਸਾਰੇ ਇਤਿਹਾਸ ਦੇ ਪੱਖਾਂ 'ਤੇ ਵੀ ਚਾਨਣਾ ਪਾਇਆ। ਤੁਸੀਂ ਸਮਾਂ ਕੱਢਿਆ, ਖਾਸ ਤੌਰ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ ਤੁਹਾਡਾ, ਤੇ ਖਾਸ ਤੌਰ 'ਤੇ ਸਮੂਹ ਦਰਸ਼ਕਾਂ ਦਾ ਧੰਨਵਾਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਨ ਲਈ। ਸ਼ੁਕਰੀਆ ਜੀ, ਮਿਹਰਬਾਨੀ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਜੀਵਨ ਬਾਰੇ, ਉਹਨਾਂ ਦੇ ਰਾਜਕਾਲ ਬਾਰੇ, ਔਰ ਬਹੁਤ ਕਮਾਲ ਦੀ ਗੱਲ ਜਿਹੜੀ ਅੱਜ ਦੋ ਤਿੰਨ ਗੱਲਾਂ ਸਾਹਮਣੇ ਆਈਆਂ ਸਾਰੀ ਗੱਲਬਾਤ ਦੇ ਵਿੱਚੋਂ ਕਿ ਧਾਰਮਿਕ ਕੱਟੜਤਾ ਦੇ ਨਾਲੋਂ ਹਰ ਧਰਮ ਦੀ ਆਜ਼ਾਦੀ ਜਿਹੜੀ ਆ ਉਹ ਆਪਣੇ ਥਾਂ ਦੇ ਉੱਤੇ, ਹਰ ਧਰਮ ਠੀਕ ਆ ਔਰ ਉਹਦੀ ਆਪਣੀ ਆਜ਼ਾਦੀ ਆ, ਜਿਹੜੀ ਸਿੱਖ ਇਤਿਹਾਸ ਦੇ ਵਿੱਚ ਵੀ ਗੱਲ ਸਾਹਮਣੇ ਆਈ ਹੈ। ਗੁਰੂ ਸਾਹਿਬ ਦੀ ਉਦਾਹਰਨ ਡਾਕਟਰ ਸਾਹਿਬ ਨੇ ਦਿੱਤੀ। ਔਰ ਦੂਜੀ ਗੱਲ, ਕੋਈ ਸਾਹਿਤਕ ਕਿਰਤ ਅੱਗੇ ਕਿਵੇਂ ਆਉਂਦੀ ਹੈ, ਪਿੱਛੇ ਕਿਵੇਂ ਜਾਂਦੀ ਹੈ, ਨਾਇਕ ਕਿਵੇਂ ਬਣਦੇ ਆ। ਤੁਹਾਡੇ ਕਿੱਸਾ ਹੀਰ ਰਾਂਝਾ, ਕਿੱਸਾ ਤੋਤਾ ਮੈਨਾ ਵੀ ਤੁਹਾਡੇ ਨਾਇਕ ਬਣ ਸਕਦੇ ਆ, ਤੁਹਾਡੇ ਜਿਹੜੇ ਯੋਧੇ ਆ ਉਹ ਪਿੱਛੇ ਵੀ ਰਹਿ ਸਕਦੇ ਆ। ਔਰ ਇਹ ਸਿਰਫ ਉਹ ਸਮਾਜ ਵਿੱਚ ਨਹੀਂ, ਅੱਜ ਦੇ ਸਮਾਜ ਵਿੱਚ ਵੀ ਇਹ ਗੱਲ ਓਨੀ ਸਾਰਥਕ ਤੇ ਸਹੀ ਆ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।